ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਹੁ ਲੋਇ ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਇ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਜਬਰ ਸ਼ਤਰ ਤਖਤ ਕੇ ਮਾਲਕ ਦਸਾਂ ਪਾਤਸ਼ਾਹੀਆਂ ਕੀ ਪ੍ਰਤੱਖ ਜੋਤ ਅਕਾਲ ਪੁਰਖ ਵਾਹਿਗੁਰੂ ਕੇ ਸਵਰੂਪ ਧੰਨ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਨਾਲ 2 ਦਿਨਾਂ ਗੁਰਮਤਿ ਸਮਾਗਮਾਂ ਦੇ ਅੱਜ ਪਹਿਲੇ ਦਿਨ ਵਡਭਾਗੀ ਸੰਗਤਾਂ ਨੂੰ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੰਗਤਾਂ ਦੇ ਸਹਿਯੋਗ ਨਾਲ ਗੁਰਮੁਖਾਂ ਨੇ ਜੋ ਉਦਮ ਕੀਤਾ ਸਭ ਆਪ ਜੀ ਜਾਣਦੇ ਹੋ ਕਿ ਇਹ 2 ਰੋਜ਼ਾ ਗੁਰਮਤਿ ਸਮਾਗਮ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ 400 ਸਾਲਾ ਪ੍ਰਕਾਸ਼ ਦਿਹਾੜਾ ਜੋ ਆ ਰਿਹਾ ਹੈ ਉਸ ਨੂੰ ਸਮਰਪਿਤ ਹਨ। ਨਾਲ ਹੀ ਨਨਕਾਣਾ ਸਾਹਿਬ ਸਾਕੇ ਦੇ ਜੋ ਸ਼ਹੀਦ ਹਨ ਜਿਨ੍ਹਾਂ ਨੇ ਗੁਰਧਾਮਾਂ ਦੀ ਮਾਨ ਮਰਜ਼ਾਦਾ ਨੂੰ ਕਾਇਮ ਰੱਖਣ ਦੇ ਵਾਸਤੇ ਆਪਣੀਆਂ ਕੀਮਤੀ ਜਾਨਾਂ ਗੁਰੂ ਘਰ ਤੋਂ ਗੁਰੂ ਪੰਥ ਦੀ ਸੇਵਾ ਦੇ ਵਿੱਚ ਕੀਨੋ ਬੜੋ ਕਲੂ ਮਹਿਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਦੋਹਰਾ ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ तेग बहादुर के चलत भयो जगत को शोक,
ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਐਸੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆਗਾਮੀ ਦਿਨਾਂ ਦੇ ਵਿੱਚ ਸਮੁੱਚਾ ਸਿੱਖ ਜਗਤ, ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ। ਸਾਡੀ ਪੁਰਾਤਨ ਗਣਨਾ ਦੇ ਅਨੁਸਾਰ ਵੈਸਾਖ ਸੁਦੀ ਪੰਚਮੀ ਸੰਮਤ 1678 ਬਿਕਰਮੀ, ਜੋ 1621 ਈਸਵੀ ਬਣਦੀ ਹੈ, ਇਸ ਦਿਹਾੜੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਵਾਲੇ ਅਸਥਾਨ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਅਵਤਾਰ ਧਾਰਨ ਕੀਤਾ। ਅੰਮ੍ਰਿਤ ਵੇਲੇ ਦਾ ਸਮਾਂ ਸੀ ਜਦੋਂ ਆਪ ਜੀ ਦਾ ਸਰੀਰਕ ਜਨਮ ਹੋਇਆ, ਅਵਤਾਰ ਹੋਇਆ ਸੰਸਾਰ ਤੇ। ਔਰ ਇਤਿਹਾਸ ਦੱਸਦਾ ਹੈ ਕਿ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਸਨ। ਆਸਾ ਕੀ ਵਾਰ ਦੇ ਕੀਰਤਨ ਤੋਂ ਉਪਰੰਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਅਸਥਾਨ ਤੇ ਆਉਂਦੇ ਨੇ, ਤਦੋਂ ਆਪ ਜੀ ਦੇ ਘਰ ਦੇ ਹਜੂਰੀ ਸੇਵਾਦਾਰ ਦਾਸ ਆਪ ਜੀ ਨੂੰ ਇਹ ਖਬਰ ਦਿੰਦੇ ਨੇ ਕਿ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਪ੍ਰਗਟੇ ਹਨ। ਦੀਵਾਨ ਦੀ ਸਮਾਪਤੀ ਉਪਰੰਤ ਜਦੋਂ ਛੇਵੇਂ ਪਾਤਸ਼ਾਹ ਜੀ ਆਪਣੇ ਮਹਿਲਾਂ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਵਾਲੇ ਅਸਥਾਨ ਤੇ ਆਪਣੇ ਘਰ ਜਾਂਦੇ ਨੇ, ਆਪਣੇ ਨਵੇਂ ਪ੍ਰਕਾਸ਼ਮਾਨ ਹੋਏ ਸਾਹਿਬਜ਼ਾਦਾ ਜੀ ਨੂੰ ਜਦੋਂ ਤੱਕਦੇ ਹਨ ਤਾਂ ਇਤਿਹਾਸ ਦੱਸਦਾ ਹੈ ਕਿ ਉਦੋਂ ਹੀ ਆਪਣੇ ਦੋਨੋਂ ਹੱਥ ਜੋੜ ਕੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਥੋੜਾ ਸੀਸ ਵੀ ਝੁਕਾ ਦਿੰਦੇ ਨੇ। ਹੈਰਾਨ ਹੋਏ ਸਨ ਸਿੱਖ। ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਪ੍ਰਗਟੇ ਹੈ, ਉਹ ਤੁਹਾਡੇ ਪੁੱਤਰ ਹਨ, ਤੁਸੀਂ ਉਹਨਾਂ ਦੇ ਪਿਤਾ ਜੀ ਹੋ। ਇਹਨਾਂ ਨੂੰ ਤੱਕਦਿਆਂ ਸਾਰ ਹੀ ਜੋ ਆਪ ਜੀ ਨੇ ਹੱਥ ਜੋੜੇ ਸੀਸ ਝੁਕਾਇਆ, ਇਹਦਾ ਰਹੱਸ ਜ਼ਰੂਰ ਹੈ, ਬਹੁਤ ਵੱਡਾ ਇਹਦੇ ਪਿੱਛੇ ਕੋਈ ਭੇਦ ਜ਼ਰੂਰ ਹੈ। ਕੀ ਕਾਰਨ ਹੈ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਓ। ਤਾਂ ਬਚਨ ਨੇ ਪ੍ਰਾਤਨ ਗ੍ਰੰਥਾਂ ਦੇ ਕਿ ਸਤਿਗੁਰੂ ਜੀ ਨੇ ਇੰਨਾ ਹੀ ਬਚਨ ਕੀਤਾ ਸੀ ਕਿ ਗੁਰਸਿੱਖ ਪਿਆਰਿਓ, ਇਹ ਵੱਡਾ ਪੁਰਖ ਪ੍ਰਗਟਿਆ ਹੈ ਔਰ ਸੰਸਾਰ ਦੇ ਉੱਪਰ ਬੜੀ ਮਹਾਨ ਕਰਨੀ ਕਰੇਗਾ। ਦਾਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਕੁਝ ਅਦੁੱਤੀ ਬਿਰਤਾਂਤ ਆਪ ਜੀ ਗੁਰਮੁਖਾਂ ਪਾਸੋਂ ਸਰਵਣ ਕਰ ਰਹੇ ਸੀ। ਸ਼ੁਰੂ ਤੋਂ ਹੀ ਮਨ ਵਿੱਚ ਤਿਆਗ ਔਰ ਵੈਰਾਗ ਦੀ ਭਾਵਨਾ, ਚੁੱਪ ਰਹਿਣਾ, ਆਮ ਬਾਲਕਾਂ ਵਰਗੀ ਚੰਚਲਤਾ ਨਹੀਂ, ਦੌੜਨਾ ਭੱਜਣਾ ਨਹੀਂ, ਹੱਸਣਾ ਖੇਡਣਾ ਨਹੀਂ, ਖਾਣ ਪੀਣ ਦਾ ਮਨ ਦੇ ਵਿੱਚ ਪਿਆਰ ਨਹੀਂ, ਲਾਲਚ ਨਹੀਂ, ਆਪਣੀ ਮਸਤ ਅਵਸਥਾ ਦੇ ਵਿੱਚ ਰਹਿਣਾ। ਤੇ ਇਹੋ ਜਿਹੀ ਅਵਸਥਾ ਵਿੱਚ ਰਹਿਣ ਵਾਲੇ ਬਾਲਕਾਂ ਨੂੰ ਆਮ ਤੌਰ ਤੇ ਜ਼ਮਾਨਾ ਸਿੱਧਰੇ ਮੰਨ ਲੈਂਦਾ ਹੈ ਕਿ ਸ਼ਾਇਦ ਇਹ ਬੁੱਧੀ ਦਾ ਵਿਕਾਸ ਨਹੀਂ ਹੋਇਆ, ਇਹ ਸਿੱਧਰੇ ਨੇ, ਇਹ ਕਮਲੇ ਨੇ। ਤੇ ਬੇਸ਼ੱਕ ਕੁਝ ਲੋਕਾਂ ਨੇ ਇਹੋ ਜਿਹੇ ਬਚਨ ਕੀਤੇ ਵੀ, ਪਰ ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਜੇ ਹੋਏ ਦੀਵਾਨ ਵਿੱਚ ਆਪ ਜੀ ਆਉਂਦੇ ਸਨ ਤਾਂ ਪਿਤਾ ਸਤਿਗੁਰੂ ਛੇਵੇਂ ਪਾਤਸ਼ਾਹ ਆਪ ਜੀ ਨੂੰ ਅਤਿਅੰਤ ਪ੍ਰੇਮ ਦੇ ਨਾਲ ਵੇਖਦੇ ਤੇ ਆਪਣੇ ਕੋਲ ਬਿਠਾਉਂਦੇ। ਆਪਣੀ ਮੌਜ ਮੁਤਾਬਕ ਜਦੋਂ ਦੀਵਾਨ ਵਿੱਚੋਂ ਉੱਠ ਕੇ ਚਲੇ ਵੀ ਜਾਂਦੇ ਨੇ ਤਾਂ ਸਤਿਗੁਰੂ ਜੀ ਜਾਂਦਿਆਂ ਨੂੰ ਵੀ ਅਤਿਅੰਤ ਸਨੇਹ ਭਰੀਆਂ ਨਿਗਾਹ ਨਾਲ ਨਿਹਾਰਦੇ ਤੇ ਪ੍ਰਸੰਨ ਹੁੰਦੇ ਰਹਿੰਦੇ ਸਨ। ਸਾਰੀਆਂ ਸੰਗਤਾਂ ਇਹ ਮਹਿਸੂਸ ਕਰਦੀਆਂ ਸਨ ਕਿ ਸਤਿਗੁਰੂ ਗਰੀਬ ਨਿਵਾਜ ਜੀ ਦਾ ਲਗਾਓ ਇਹਨਾਂ ਦੇ ਨਾਲ ਸਭ ਤੋਂ ਵੱਧ ਹੈ, ਕਿਉਂਕਿ 6 ਸੰਤਾਨਾਂ ਹਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ। 5 ਸੁਪੁੱਤਰ ਨੇ, 1 ਪੁੱਤਰੀ ਹੈ। ਮਾਤਾ ਦਮੋਦਰੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਛੇਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਪ੍ਰਗਟੇ ਤੇ ਸੁਪੁੱਤਰੀ ਬੀਬੀ ਵੀਰੋ ਜੀ ਪ੍ਰਗਟੇ। ਇਸੇ ਪ੍ਰਕਾਰ ਮਾਤਾ ਮਰਵਾਹੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਆਪ ਜੀ ਦੇ ਗ੍ਰਹਿ ਵਿਖੇ ਬਾਬਾ ਸੂਰਜਮਲ ਜੀ ਪ੍ਰਗਟੇ।
ਤੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਧੰਨ ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਔਰ ਸਤਿਗੁਰੂ ਤੇਗ ਬਹਾਦਰ ਜੀ ਨੇ ਅਵਤਾਰ ਧਾਰਨ ਕੀਤਾ ਹੈ। ਸੋ ਇਹ ਕਿਸੇ ਵਕਤ ਸੰਗਤਾਂ ਦਾ ਜੋ ਮਨ ਦੇ ਵਿੱਚ ਇੱਕ ਪ੍ਰਸ਼ਨ ਸੀ, ਇੱਕ ਸਵਾਲ ਸੀ, ਉਹ ਮਾਤਾ ਨਾਨਕੀ ਜੀ ਨੇ ਆਪਣੇ ਪਤੀ ਸਤਿਗੁਰੂ ਛੇਵੇਂ ਪਾਤਸ਼ਾਹ ਅੱਗੇ ਰੱਖਿਆ ਸੀ ਕਿ ਮਹਾਰਾਜ, ਆਪ ਜੀ ਦੇ ਚਾਰੇ ਵੱਡੇ ਸੁਪੁੱਤਰ ਜੋ ਹਨ, ਬੜੇ ਵਿਹਾਰਾਂ ਦੀ ਸੂਝ-ਬੂਝ ਵਿੱਚ ਚਤਰ ਨੇ, ਜ਼ਿੰਮੇਵਾਰੀਆਂ ਨਿਭਾਉਣੀਆਂ ਜਾਣਦੇ ਨੇ, ਗੁਰੂ ਘਰ ਦੇ ਸਾਰੇ ਜਿਹੜੇ ਪ੍ਰਬੰਧ ਹਨ ਉਹਨਾਂ ਵਿੱਚ ਰੁਚੀ ਵੀ ਲੈਂਦੇ ਨੇ, ਬੜੀ ਸੋਚ ਸਿਆਣਪ ਦੇ ਨਾਲ ਸਾਰੇ ਪ੍ਰਬੰਧ ਸੰਭਾਲਦੇ ਵੀ ਨੇ, ਤੇ ਉਹਨਾਂ ਦੀ ਉਸ ਉੱਚੀ ਸੁੱਚੀ ਮੱਤ ਤੋਂ, ਉਹਨਾਂ ਦੇ ਇਸ ਪ੍ਰਬੰਧ ਤੋਂ ਸੰਗਤਾਂ ਆਸ਼-ਆਸ਼ ਵੀ ਕਰਦੀਆਂ ਨੇ। ਪਰ ਇਹ ਸਾਡੇ ਛੋਟੇ ਸਾਹਿਬਜ਼ਾਦਾ ਸ੍ਰੀ ਤੇਗ ਬਹਾਦਰ ਜੀ ਮਸਤ ਅਵਸਥਾ ਵਿੱਚ ਰਹਿੰਦੇ, ਇਹਨਾਂ ਨੂੰ ਕਿਸੇ ਤਰ੍ਹਾਂ ਦੁਨਿਆਵੀ ਕਾਰਜਾਂ ਨਾਲ ਕੋਈ ਸਰੋਕਾਰ ਨਹੀਂ, ਪਰ ਤੱਕਣ ਵਿੱਚ ਆਉਂਦਾ ਕਿ ਆਪ ਜੀ ਦਾ ਸਨੇਹ ਇਹਨਾਂ ਨਾਲ ਸਭਨਾਂ ਤੋਂ ਜ਼ਿਆਦਾ ਹੈ। ਕੀ ਕਾਰਨ ਹੈ? ਤਾਂ ਇਹ ਬਚਨ ਉਦੋਂ ਵੀ ਛੇਵੇਂ ਪਾਤਸ਼ਾਹ ਨੇ ਕੀਤੇ ਸਨ ਕਿ ਨਾਨਕੀ ਜੀ, ਇਹ ਬਹੁਤ ਮਹਾਨ ਪੁਰਖ ਹਨ ਔਰ ਬਹੁਤ ਵੱਡਾ ਸੰਸਾਰ ਤੇ ਇਹ ਕਾਰਜ ਕਰਨਗੇ, ਤੇ ਸਮਾਂ ਆਉਣ ਤੇ ਇਹਨਾਂ ਦੇ ਗ੍ਰਹਿ ਵਿਖੇ ਐਸੇ ਪ੍ਰਤਾਪੀ ਸਾਹਿਬਜ਼ਾਦੇ ਨੇ ਪ੍ਰਗਟ ਹੋਣਾ ਹੈ ਜਿਹੜਾ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਦੇਵੇਗਾ। ਸੋ ਇਸ ਪ੍ਰਕਾਰ ਇਹ ਬਚਨ ਉਦੋਂ ਵੀ ਛੇਵੇਂ ਪਾਤਸ਼ਾਹ ਨੇ ਕੀਤੇ ਸਨ। ਭਾਵ ਇਹ ਕਿ ਸਤਿਗੁਰੂ ਤੇਗ ਬਹਾਦਰ ਜੀ ਕੋਈ ਐਸੀ ਸ਼ਖਸੀਅਤ ਨਹੀਂ ਕਿ ਜੋ ਆਮ ਬਾਲਕਾਂ ਦੀ ਤਰ੍ਹਾਂ ਸੰਸਾਰ ਤੇ ਜਿਹੜੇ ਸੀ ਉਹ ਜਨਮੇ, ਪ੍ਰਗਟੇ ਤੇ ਕੁਝ ਭਾਵ ਭਗਤੀ ਕਰਕੇ ਉੱਤਮ ਪਦਵੀ ਤੇ ਪਹੁੰਚੇ। ਨਹੀਂ, ਇਹ ਧੁਰੋਂ ਹੀ ਮਹਾਨ ਆਏ ਨੇ, ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਆਏ ਨੇ। ਸੇਵਾ ਅਤੇ ਸਿਮਰਨ ਇਹ ਗੁਰਮਤਿ ਦੀ ਕਮਾਈ ਲਾਜ਼ਮੀ ਹੈ, ਜ਼ਰੂਰੀ ਹੈ। ਆਪਾਂ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਪੜ੍ਹਦੇ ਹਾਂ ਤੇ ਜਦੋਂ ਗੁਰੂ ਕੇ ਜੀਵਨ ਚਰਿੱਤਰ ਦੇ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਦਰਸ਼ਨ ਦੀਦਾਰੇ ਕਰੀਏ ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਬਚਨ ਲਿਖਦੇ ਨੇ, ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਦੁਨੀਆ ਤੇ ਜਿੰਨੇ ਵੀ ਮਹਾਂਪੁਰਖ ਹੋਏ, ਜਿੰਨੇ ਵੀ ਕੋਈ ਭਗਤੀ ਵਾਲੇ, ਬੰਦਗੀ ਵਾਲੇ ਹੋਏ, ਪੂਜਣ ਯੋਗ ਹੋਏ, ਸਤਿਕਾਰਯੋਗ ਹੋਏ, ਯੋਗੀ ਨੇ, ਸੰਨਿਆਸੀ ਨੇ, ਤਪੱਸਵੀ ਨੇ, ਭਗਤ ਨੇ, ਕੋਈ ਵੀ ਹਨ, ਪਹਿਲਾਂ ਉਹਨਾਂ ਨੇ ਭਗਤੀ ਕੀਤੀ, ਬੰਦਗੀ ਕੀਤੀ ਤੇ ਭਗਤੀ ਕਰਨ ਕਰਕੇ ਉਹਨਾਂ ਨੂੰ ਵਾਹਿਗੁਰੂ ਕੀ ਬਖਸ਼ਿਸ਼ ਪ੍ਰਾਪਤ ਹੋਈ। ਪਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਬਚਨ ਨੇ ਭਾਈ ਗੁਰਦਾਸ ਜੀ ਕਿ ਪਹਿਲੋਂ ਬਾਬੇ ਪਾਇਆ ਬਖਸ਼ਦਾਰ। ਪਹਿਲਾਂ ਬਾਬੇ ਸਤਿਗੁਰੂ ਨਾਨਕ ਦੇਵ ਜੀ ਨੇ ਦਰ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਤੇ ਬਖਸ਼ਿਸ਼ ਪ੍ਰਾਪਤ ਕਰਨ ਤੋਂ ਬਾਅਦ ਪਿੱਛੋਂ ਦੇ ਫਿਰ ਕਾਲ ਕਮਾਈ। ਉਸ ਤੋਂ ਪਿੱਛੋਂ, ਉਸ ਤੋਂ ਉਪਰੰਤ, ਉਸ ਤੋਂ ਬਾਅਦ ਵਿੱਚ ਭਾਵ ਭਗਤੀ ਦੀ ਘਾਲਣਾ ਕਮਾਈ ਕੀਤੀ ਹੈ। ਹੁਣ ਇੱਥੇ ਇੱਕ ਸਵਾਲ ਆਮ ਮਨੁੱਖੀ ਮਨ ਵਿੱਚ ਉੱਠ ਸਕਦਾ ਹੈ ਕਿ ਭਗਤੀ ਦੀ ਕਮਾਈ ਘਾਲਣਾ ਜਿਹੜੀ ਹੈ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਤਾਂ ਕਰਨੀ ਹੈ। ਜਦੋਂ ਬਖਸ਼ਿਸ਼ ਹੀ ਪਹਿਲਾਂ ਪ੍ਰਾਪਤ ਹੋ ਗਈ ਤਾਂ ਫਿਰ ਪਿੱਛੋਂ ਘਾਲ ਕਮਾਈ ਕਰਨ ਦੀ ਕੀ ਲੋੜ? ਇਹ ਇੱਕ ਸ਼ੰਕਾਵਾਦੀ ਸਵਾਲ ਕਰ ਸਕਦਾ ਹੈ। ਪਰ ਸਾਧ ਸੰਗਤ ਜੀ, ਜੋ ਧਰਮ ਆਗੂ ਹੋਵੇ, ਜੋ ਉਹ ਕਰੇਗਾ ਉਹਦੇ ਪਿੱਛੇ ਚੱਲਣ ਵਾਲੇ ਉਹਦੇ ਸੇਵਕ ਵੀ ਕਰਨਗੇ, ਉਸੇ ਤਰ੍ਹਾਂ ਹੀ ਕਰਨਗੇ। ਆਪਣੇ ਆਪ ਨੂੰ ਧਰਮ ਆਗੂ ਕਹਾਵੇ, ਆਪਣੇ ਆਪ ਨੂੰ ਗੁਰੂ ਕਹਾਵੇ, ਪੀਰ ਕਹਾਵੇ, ਪੂਜਨੀਕ ਕਹਾਵੇ, ਤੇ ਆਪਣਾ ਜੀਵਨ ਉਹਦਾ ਚੰਗਾ ਨਾ ਹੋਵੇ, ਉਹ ਆਪਣੇ ਚੇਲਿਆਂ ਦੀ, ਆਪਣੇ ਸੇਵਕਾਂ ਦੇ ਜੀਵਨ ਦੀ ਘਾਟ ਕਿਵੇਂ ਘੜ ਸਕੇਗਾ? ਹੁਣ ਆਪਾਂ ਅੱਜ ਦਾ ਮਾਹੌਲ ਹੀ ਲੈ ਲਈਏ, ਕੋਈ ਇੱਕ ਸਮਝ ਲਈਏ ਜਥੇਬੰਦੀ ਹੈ, ਜੇ ਉਸ ਜਥੇਬੰਦੀ ਦਾ ਆਗੂ ਖੁਦ ਹੀ ਗੁਰਮਤਿ ਵਿੱਚ ਪਰਪੱਕ ਨਹੀਂ ਤਾਂ ਉਹ ਆਪਣੀ ਜਥੇਬੰਦੀ ਵਿੱਚ ਰਹਿਣ ਵਾਲੇ ਬਾਕੀ ਸਾਰਿਆਂ ਨੂੰ ਕੀ ਸਿੱਖਿਆ ਦੇਵੇਗਾ ਕਿ ਗੁਰਮਤਿ ਦੇ ਧਾਰਨੀ ਬਣੋ? ਜੇ ਆਪ ਹੀ ਉਹ ਨਿਤਨੇਮੀ ਨਹੀਂ ਤਾਂ ਬਾਕੀ ਉਹਦੇ ਵੱਲ ਵੇਖ ਕੇ ਨਿਤਨੇਮ ਦੀ ਪ੍ਰੇਰਣਾ ਕਿੱਥੋਂ ਲੈਣਗੇ? ਜੇ ਆਪ ਉਹਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਸਮਰੱਥਾ ਨਹੀਂ
ਤਾਂ ਬਾਕੀ ਉਹ ਜਥੇਬੰਦੀ ਵਿੱਚ ਰਹਿਣ ਵਾਲੇ ਜਿਹੜੇ ਨੇ ਉਹਨਾਂ ਤਾਂ ਉਹ ਕੁਝ ਕਰਨਾ, ਲੈ ਸਾਡਾ ਬਾਬਾ ਇਸ ਤਰ੍ਹਾਂ ਸਾਨੂੰ ਕੀ ਹੋਣ ਲੱਗਾ। ਸੰਸਾਰ ਨੂੰ ਸਿੱਖਿਆ ਦੇਣ ਵਾਸਤੇ, ਸੰਸਾਰ ਨੂੰ ਉਹਨਾਂ ਦੇ ਭਲੇ ਵਾਸਤੇ, ਭਾਉ ਭਗਤੀ ਦੇ ਰਸਤੇ ਤੇ ਤੋਰਨ ਵਾਸਤੇ ਧੰਨ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਭਾਉ ਭਗਤੀ ਕੀਤੀ ਹੈ, ਆਪ ਕਮਾਈ ਕੀਤੀ ਹੈ। ਭਾਵੇਂ ਉਹ ਬਖਸ਼ਿਸ਼ ਤੋਂ ਬਾਅਦ ਕੀਤੀ, ਕਿਉਂਕਿ ਬਖਸ਼ੇ ਤਾਂ ਧੁਰੋਂ ਆਏ ਨੇ। ਤੇ ਇਹ ਵੀ ਇੱਕ ਯਾਦ ਰੱਖਣ ਯੋਗ ਗੱਲ ਹੈ ਕਿ ਵਾਹਿਗੁਰੂ ਵਿੱਚ ਤੇ ਸਤਿਗੁਰੂ ਨਾਨਕ ਦੇਵ ਜੀ ਵਿੱਚ ਭਿੰਨ ਭੇਦ ਵੀ ਕੋਈ ਨਹੀਂ, ਫਰਕ ਵੀ ਕੋਈ ਨਹੀਂ। ਭਾਵੇਂ ਕਿ ਅੱਜ ਦੇ ਨਾਸਤਿਕ ਲੋਕਾਂ ਨੇ ਬੜੀ ਡੰਡ ਰੌਲੀ ਪਾਈ ਹੈ ਕਿ ਸਤਿਗੁਰੂ ਮਹਾਰਾਜ ਜੀ ਤਾਂ ਸਾਡੇ ਵਰਗੇ ਆਮ ਇਨਸਾਨ ਹੀ ਸਨ, ਉਹਨਾਂ ਨੇ ਦੁਨੀਆ ਦਾ ਸੁਧਾਰ ਕੀਤਾ ਇਸ ਲਈ ਮਹਾਨ ਗਿਣੇ ਗਏ। ਨਹੀਂ ਭਾਈ, ਸਤਿਗੁਰੂ ਜੀ ਆਮ ਇਨਸਾਨ ਨਹੀਂ। ਮੈਂ ਆਮ ਤੌਰ ਤੇ ਇਹ ਬੇਨਤੀ ਕਰਦਾ ਸੰਗਤਾਂ ਦੇ ਵਿੱਚ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਮ ਮਨੁੱਖ ਕਰਕੇ ਨਾ ਜਾਣੀਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਮ ਮਨੁੱਖਾਂ ਦੇ ਵਿੱਚੋਂ ਖਾਸ ਮਨੁੱਖ ਵੀ ਨਹੀਂ। ਤੇ ਜੇ ਖਾਸ ਮਨੁੱਖ ਕਹਿ ਲਈਏ ਤਾਂ ਖਾਸ ਮਨੁੱਖ ਤੋਂ ਉੱਪਰ ਪਰਮ ਮਨੁੱਖ ਕਿਹਾ ਜਾਂਦਾ ਹੈ। ਕਈਆਂ ਨੇ ਲਿਖ ਦਿੱਤੀਆਂ ਕਿਤਾਬਾਂ ਪਰਮ ਮਨੁੱਖ ਦਾ ਟਾਈਟਲ ਲਿਖ ਕੇ, ਗੁਰਬਖਸ਼ ਪ੍ਰੀਤ ਲੜੀ ਵਰਗਿਆਂ ਨੇ, ਪਰ ਨਹੀਂ, ਸਤਿਗੁਰੂ ਪਰਮ ਮਨੁੱਖ ਵੀ ਨਹੀਂ। ਮਨੁੱਖ ਕਹਿਣਾ ਹੀ ਸਤਿਗੁਰੂ ਗਰੀਬ ਨਿਵਾਜ ਜੀ ਨੂੰ ਗੁਨਾਹ ਹੈ। ਮਾਨੁਖ ਕਾ ਕਰ ਰੂਪ ਨਾ ਜਾਣ, ਸਤਿਗੁਰਾਂ ਨੂੰ ਮਨੁੱਖ ਦਾ ਰੂਪ ਕਰਕੇ ਨਾ ਜਾਣਨਾ ਕਰ। ਫਿਰ ਕੌਣ ਹਨ ਸਤਿਗੁਰੂ ਸੱਚੇ ਪਾਤਸ਼ਾਹ? ਇਹ ਜਿਹੜਾ ਜਵਾਬ ਹੈ ਇਸ ਸਵਾਲ ਦਾ, ਇਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਵਿੱਚੋਂ ਮਿਲੇਗਾ। ਬਾਣੀ ਦੀ ਵਿਆਖਿਆ ਰੂਪ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਕੀਆਂ ਵਾਰਾਂ ਵਿੱਚੋਂ, ਕਵਿਤਾਂ ਵਿੱਚੋਂ ਮਿਲੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਵਿੱਚ ਭੱਟ ਰਸਨਾ ਦੇ ਰਾਹੀਂ ਇਹ ਫਰਮਾਨ ਆਉਂਦਾ, ਆਪਾਂ ਪੰਕਤੀਆਂ ਆਮ ਹੀ ਸੁਣਦੇ ਹਾਂ, ਪੜ੍ਹਦੇ ਹਾਂ ਕਿ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕੌਣ ਹਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ? ਆਪ ਨਾਰਾਇਣ। ਉਹ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਜੋ ਅਵਿਦਿਆ ਰੂਪੀ ਰਾਤ ਤੋਂ ਖਾਲੀ ਹੈ, ਜਿਹਦੇ ਵਿੱਚ ਅਵਿਦਿਆ ਨਹੀਂ, ਜਿਸ ਵਿੱਚ ਅਗਿਆਨਤਾ ਨਹੀਂ, ਜੋ ਸਦਾ ਹੀ ਪ੍ਰਕਾਸ਼ ਰੂਪ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਆਪਣੀਆਂ ਸਰਬ ਸ਼ਕਤੀਆਂ ਨੂੰ ਲੈ ਕੇ ਇਸ ਜਗਤ ਵਿੱਚ ਪ੍ਰਕਾਸ਼ਮਾਨ ਹੋਇਆ ਹੈ। ਉਹ ਨਾਰਾਇਣ, ਉਹ ਪਰਮਾਤਮਾ ਜੋ ਆਪ ਨਿਰਆਕਾਰ ਹੈ, ਜਿਸ ਦਾ ਚੱਕਰ ਚਿਹਨ ਨਹੀਂ, ਜਿਸ ਦਾ ਰੂਪ ਰੇਖ ਨਹੀਂ, ਜਿਸ ਦਾ ਕੋਈ ਆਕਾਰ ਨਹੀਂ, ਉਸ ਨਿਰਾਕਾਰ ਵਾਹਿਗੁਰੂ ਨੇ ਸਾਡੇ ਧਿਆਨ ਵਾਸਤੇ, ਸਾਨੂੰ ਉਪਦੇਸ਼ ਦੇਣ ਵਾਸਤੇ, ਉਸ ਸਰਬ ਵਿਆਪੀ ਤੇ ਗੁਪਤ ਰਹਿਣ ਵਾਲੇ ਵਾਹਿਗੁਰੂ ਨੇ ਪ੍ਰਤੱਖ ਰੂਪ ਵਿੱਚ ਸਾਡੇ ਵਿੱਚ ਵਰਤਣ ਵਾਸਤੇ ਆਕਾਰ ਧਾਰਨ ਕੀਤਾ, ਸਰੀਰ ਧਾਰਿਆ, ਸਾਡੇ ਵਰਗਾ ਸਰੀਰ ਧਾਰਿਆ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਗਤ ਮੰਡਲ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕੀਤਾ। ਹੋਰ ਬਚਨ ਆਉਂਦੇ ਨੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਪਰਮਾਤਮਾ ਨੇ ਆਪ ਸਤਿਗੁਰੂ ਨਾਨਕ ਦੇਵ ਸਾਹਿਬ ਕਹਾਉਣਾ ਕੀਤਾ ਸੰਸਾਰ ਤੇ ਇਹਨਾਂ ਗੁਰਬਚਨਾਂ ਦੀ ਵਿਆਖਿਆ ਵਿੱਚ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਨਿਰੰਕਾਰ ਆਕਾਰ ਕਰ ਅਨਾਥਾ ਨਾਥ ਸਨਾਥ ਕਰਾਇਆ। ਨਾਥਾ ਅਨਾਥ ਸਨਾਥ ਕਰਾਇਆ, ਨਿਰੰਕਾਰ ਨੇ ਆਕਾਰ ਧਾਰਿਆ ਹੈ। ਤੇ ਇਸੇ ਪ੍ਰਕਾਰ 10 ਪਾਤਸ਼ਾਹੀਆਂ ਇੱਕੋ ਸਰੂਪ ਇੱਕੋ ਜੋਤ, ਇਉਂ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਧੁਰੋਂ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਉਸ ਪਰਮਾਤਮਾ ਦਾ ਰੂਪ ਹੀ ਸੰਸਾਰ ਤੇ ਪ੍ਰਗਟੇ ਹੈ। ਤੇ ਜੋ ਆਪ ਜੀ ਨੇ ਭਗਤੀ ਕੀਤੀ, ਜੋ ਬੰਦਗੀ ਕੀਤੀ, ਆਪਾਂ ਜਾਣਦੇ ਹਾਂ ਨਾ ਕਿ 6ਵੇਂ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾ ਗਏ ਸਨ ਤਾਂ ਤਿਨਾਂ ਦੇ ਬਚਨਾਂ ਦੇ ਅਨੁਸਾਰ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਔਰ ਆਪਣੇ ਮਹਿਲ ਮਾਤਾ ਗੁਜਰੀ ਜੀ ਸਮੇਤ ਆਪਣੇ ਨਗਰ ਬਕਾਲੇ ਵਿਖੇ ਆ ਗਏ ਸੀ, ਜਿੱਥੇ ਪੌਣੇ 27 ਸਾਲ ਦਾ ਅਰਸਾ ਆਪ ਜੀ ਨੇ ਲਗਾਤਾਰ ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ, ਜਿਸ ਦੇ ਬਾਰੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਫਰਮਾਉਂਦੇ ਨੇ ਕਿ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ। ਇਹ ਉਸ ਤਪੱਸਿਆ ਦੇ ਬਾਰੇ ਗੁਰੂ ਕਾ ਇਹ ਪਾਵਨ ਬਚਨ ਹੈ, ਉਸ ਪਾਸੇ ਇਸ਼ਾਰਾ ਹੈ। ਸੋ ਇਸ ਪ੍ਰਕਾਰ ਇਹ ਭਗਤੀ, ਇਹ ਬੰਦਗੀ ਸਾਡੇ ਵਾਸਤੇ ਕੀਤੀ, ਇਹ ਖਜ਼ਾਨੇ ਭਾਵ ਭਗਤੀ ਦੇ ਸਾਡੇ ਵਾਸਤੇ ਭਰੇ। ਇਉਂ ਜੇ ਆਪਾਂ ਗੁਰੂ ਕੇ ਪਰ ਉਪਕਾਰ ਗਿਣਨ ਲੱਗੀਏ
ਸਾਡੀ ਉਮਰਾਂ ਖਤਮ ਹੋ ਜਾਵੇਗੀ, ਸਾਡੀ ਬੁੱਧੀ ਥੱਕ ਜਾਵੇਗੀ, ਸਾਡੀ ਅਕਲ ਉਹ ਕਿਸੇ ਸੀਮਾ ਤੱਕ, ਕਿਸੇ ਹੱਦ ਤੱਕ ਆ ਕੇ ਸਿਮਟ ਜਾਵੇਗੀ। ਗੁਰੂ ਕੇ ਗੁਣ, ਗੁਰੂ ਕੇ ਉਪਕਾਰ ਉਹ ਕਦੇ ਨਹੀਂ ਗਿਣੇ ਜਾਣੇ, ਕਦੇ ਵੀ ਉਹਨਾਂ ਦਾ ਅੰਤ ਨਹੀਂ ਆਉਣਾ। ਤੇ ਮੈਂ ਆਮ ਇੱਕ ਬੇਨਤੀ ਕਰਦਾ, ਜਦੋਂ ਵੀ ਸਾਧ ਸੰਗਤ ਜੀ ਆਪਾਂ ਗੁਰਪੁਰਬ ਮਨਾਉਂਦੇ ਆ ਨਾ, ਗੁਰਪੁਰਬ ਮਨਾਈਏ ਚਾਹੇ ਇਤਿਹਾਸ ਦਾ ਕੋਈ ਹੋਰ ਦਿਹਾੜਾ ਮਨਾਈਏ, ਜੇ ਆਪਾਂ ਗੁਰਪੁਰਬਾਂ ਦੀ ਗੱਲ ਕਰ ਲਈਏ ਤਾਂ ਸਾਲ ਵਿੱਚ ਪ੍ਰਮੁੱਖ ਤੌਰ ਤੇ 29 ਗੁਰਪੁਰਬ 10 ਪਾਤਸ਼ਾਹੀਆਂ ਦੇ ਆਉਂਦੇ ਨੇ। ਗੁਰੂ ਕੇ ਪ੍ਰਕਾਸ਼ ਦਿਹਾੜੇ, ਗੁਰੂ ਕੇ ਗੁਰਤਾ ਗੱਦੀ ਦਿਵਸ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਜੋਤੀ ਜੋਤ ਦਿਵਸ, ਇਹ 29 ਦਿਹਾੜੇ ਬਣਦੇ ਨੇ। ਕਿਉਂਕਿ ਹਰ ਗੁਰੂ ਸਾਹਿਬ ਦੇ 3 ਪੁਰਬ ਬਣਦੇ ਨੇ ਨਾ, ਇੱਕ ਅਵਤਾਰ ਦਿਹਾੜਾ, ਇੱਕ ਗੁਰਤਾ ਗੱਦੀ ਦਿਵਸ ਤੇ ਇੱਕ ਜੋਤੀ ਜੋਤ ਦਿਵਸ। ਪਰ ਸਤਿਗੁਰੂ ਨਾਨਕ ਦੇਵ ਜੀ ਦਾ ਵੱਖਰਾ ਗੁਰਤਾ ਗੱਦੀ ਦਿਵਸ ਕੋਈ ਨਹੀਂ। ਉਹ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਅਗੰਮੀ ਜੋਤ ਗੁਰੂ ਰੂਪ ਹੋ ਕੇ ਪ੍ਰਗਟੇ ਨੇ। ਇਸ ਲਈ 2 ਦਿਹਾੜੇ ਆਪਾਂ ਸਤਿਗੁਰੂ ਨਾਨਕ ਦੇਵ ਜੀ ਦੇ ਮਨਾਉਂਦੇ ਆ, ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਦਿਵਸ। ਇਉਂ 29 ਦਿਹਾੜੇ ਸਾਲ ਵਿੱਚ ਇਹ ਬਣਦੇ ਨੇ। 2 ਦਿਹਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਨੇ, 2 ਗੁਰਪੁਰਬ, ਪਹਿਲਾ ਪ੍ਰਕਾਸ਼ ਦਿਹਾੜਾ ਤੇ ਗੁਰਤਾ ਗੱਦੀ ਦਿਹਾੜਾ, ਇਹ ਸੰਗਤਾਂ ਮਨਾਉਂਦੀਆਂ ਨੇ। ਇਹ ਪ੍ਰਮੁੱਖ ਰੂਪ ਵਿੱਚ 31 ਦਿਨ ਬਣਦੇ ਨੇ। ਇਹਨਾਂ ਤੋਂ ਇਲਾਵਾ ਭਾਵੇਂ ਇਤਿਹਾਸ ਨਾਲ ਸੰਬੰਧਿਤ ਹੋਰ ਵੀ ਅਨੇਕਾਂ ਦਿਹਾੜੇ ਨੇ, ਜਿਵੇਂ ਸਤਿਗੁਰਾਂ ਦੇ ਵਿਆਹ ਪੁਰਬ ਮਨਾਏ ਜਾਂਦੇ ਨੇ, ਜਿਵੇਂ ਵਿਸਾਖੀ ਦਾ ਦਿਹਾੜਾ ਹੈ, ਜਿਵੇਂ 6ਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਿਵਸ ਹੈ, ਅਕਾਲ ਤਖਤ ਦੀ ਸਿਰਜਣਾ ਦਿਵਸ ਹੈ, 5ਵੇਂ ਪਾਤਸ਼ਾਹ ਦਾ ਸ੍ਰੀ ਹਰਿਮੰਦਰ ਸਾਹਿਬ ਦਾ ਸਿਰਜਣਾ ਦਿਵਸ ਹੈ, ਹੋਰ ਵੀ ਅਨੇਕਾਂ ਦਿਹਾੜੇ ਨੇ। ਪਰ ਪ੍ਰਮੁੱਖ ਰੂਪ ਵਿੱਚ ਇਹ 31 ਦਿਹਾੜੇ ਹਨ। ਜਦੋਂ ਸਤਿਗੁਰੂ ਜੀ ਆਪਣੇ ਸਰੀਰਕ ਜਾਮੇ ਵਿੱਚ 10 ਸਰੂਪਾਂ ਵਿੱਚ ਵਰਤੇ ਨੇ, ਵਿਚਰੇ ਨੇ, ਕੋਈ ਵੀ ਗੁਰਪੁਰਬ ਆਪਾਂ ਮਨਾਈਏ ਤਾਂ ਪ੍ਰਮੁੱਖ ਰੂਪ ਵਿੱਚ 3 ਚੀਜ਼ਾਂ ਦਾ ਖਿਆਲ ਰੱਖਣਾ ਸਾਡੇ ਲਈ ਲਾਜ਼ਮੀ ਬਣਦਾ ਹੈ। ਆਪਾਂ ਖਿਆਲ ਨਹੀਂ ਕਰਦੇ। 3 ਪੱਖ ਵਿਚਾਰਨੇ ਬਹੁਤ ਜ਼ਰੂਰੀ ਹੁੰਦੇ ਨੇ, ਜੋ ਜ਼ਰੂਰ ਵਿਚਾਰਨੇ ਚਾਹੀਦੇ ਨੇ। ਪਹਿਲਾ ਕਿ ਜਿਨ੍ਹਾਂ ਸਤਿਗੁਰਾਂ ਦਾ ਪੁਰਬ ਆਪਾਂ ਮਨਾ ਰਹੇ ਹਾਂ, ਉਹਨਾਂ ਦਾ ਸੰਸਾਰ ਦੇ ਵਿੱਚ ਆ ਕੇ ਮਨੁੱਖਾ ਜਾਮੇ ਵਿੱਚ ਵਿਚਰਦਿਆਂ ਹੋਇਆਂ ਨਿੱਜੀ ਜੀਵਨ, ਉਹਨਾਂ ਵਿੱਚ ਕਿਹੜੀਆਂ ਖਾਸ ਵਿਸ਼ੇਸ਼ਤਾਵਾਂ ਨੇ, ਕੀ ਉਹਨਾਂ ਦੇ ਗੁਣ ਹਨ, ਕੈਸਾ ਉਹਨਾਂ ਦਾ ਜੀਵਨ ਹੈ। ਦੂਸਰਾ, ਸੰਸਾਰ ਨੂੰ ਦੇਣ, ਦੁਨੀਆ ਤੇ ਪਰ ਉਪਕਾਰ, ਸਾਨੂੰ ਉਹਨਾਂ ਦਿੱਤਾ ਕੀ, ਸਾਡਾ ਸਵਾਰਿਆ ਕੀ, ਉਹ ਸਾਰੇ ਗੁਰੂ ਕੇ ਉਪਕਾਰ ਚੇਤੇ ਕਰਨੇ ਕਿ ਇਹ ਉਪਕਾਰ ਸਤਿਗੁਰਾਂ ਨੇ ਸਾਡੇ ਤੇ ਕੀਤੇ ਨੇ। ਤੇ ਤੀਸਰਾ, ਸਾਨੂੰ ਉਹਨਾਂ ਦਾ ਉਪਦੇਸ਼ ਕੀ ਹੈ, ਸਾਨੂੰ ਸਿੱਖਿਆ ਕੀ ਦਿੱਤੀ ਹੈ, ਸਾਨੂੰ ਸਤਿਗੁਰੂ ਨੇ ਸੰਦੇਸ਼ ਕੀ ਦਿੱਤਾ ਹੈ। ਇਹ 3 ਚੀਜ਼ਾਂ ਜ਼ਰੂਰ ਵਿਚਾਰਨੀਆਂ ਚਾਹੀਦੀਆਂ। ਤਿੰਨਾਂ ਦਾ ਪਵਿੱਤਰ ਜੀਵਨ, ਕਿਉਂਕਿ ਜੀਵਨ ਵੀ ਉਪਦੇਸ਼ ਰੂਪ ਹੀ ਹੈ। ਤਿੰਨਾਂ ਦੇ ਕੌਤਕ ਤੇ ਪਰ ਉਪਕਾਰ, ਸਾਡੇ ਤੇ ਬੇਅੰਤ ਪਰ ਉਪਕਾਰ ਨੇ। ਔਰ ਇਸੇ ਪ੍ਰਕਾਰ ਫਿਰ ਗੁਰੂ ਕਾ ਉਪਦੇਸ਼, ਸਭ ਤੋਂ ਵੱਡੀ ਗੱਲ ਉਪਦੇਸ਼ ਵਿਚਾਰਨ ਦੀ ਹੈ। ਗੁਰੂ ਨੇ ਸਿੱਖਿਆ ਕੀ ਦਿੱਤੀ ਹੈ। ਜੇ ਆਪਾਂ ਉਪਦੇਸ਼ ਨਾ ਵਿਚਾਰਿਆ, ਜੇ ਗੁਰੂ ਕੀ ਸਿੱਖਿਆ ਨੂੰ ਆਪਾਂ ਆਪਣੇ ਮਨ ਵਿੱਚ ਨਾ ਵਸਾਇਆ, ਤਾਂ ਸਾਧ ਸੰਗਤ ਜੀ ਠੀਕ ਹੈ, ਜਿੰਨਾ ਚਿਰ ਸਤ ਸੰਗਤ ਕੀਤੀ ਹੈ ਇਹਦਾ ਮਹੱਤਵ ਆਪਾਂ ਨੂੰ ਅਵੱਸ਼ ਮਿਲੇਗਾ, ਖਾਲੀ ਨਹੀਂ ਰਵਾਂਗੇ। ਪਰ ਜਿਹੜੀ ਪੂਰਨ ਪ੍ਰਾਪਤੀ ਹੈ ਉਹ ਤਾਂ ਉਪਦੇਸ਼ ਵਿਚਾਰਨ ਤੋਂ ਹੋਣੀ ਹੈ ਨਾ। ਜੇ ਉਪਦੇਸ਼ ਤੇ ਹੀ ਵਿਚਾਰਿਆ ਤਾਂ ਫਿਰ ਆਪਾਂ ਪੂਰਨ ਪ੍ਰਸੰਨਤਾ ਗੁਰੂ ਕੀ ਪ੍ਰਾਪਤ ਨਹੀਂ ਕਰ ਸਕਦੇ। ਗੁਰੂ ਕੀ ਬਾਣੀ ਵਿੱਚ ਸਤਿਗੁਰੂ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਸੁਣਦੇ ਹਾਂ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਤੋਂ ਭਾਵ ਉਪਦੇਸ਼। ਜਿੰਨਾ ਚਿਰ ਗੁਰੂ ਕੇ ਉਪਦੇਸ਼ ਦੀ ਵਿਚਾਰ ਨਹੀਂ ਕੀਤੀ, ਜਿੰਨਾ ਚਿਰ ਉਸ ਉਪਦੇਸ਼ ਦੇ ਆਪਾਂ ਧਾਰਨੀ ਨਹੀਂ ਬਣੇ। ਸਾਰੀ ਬਾਣੀ ਇੱਕ ਓੰਕਾਰ ਤੋਂ 18 10 20 ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਆਪਾਂ ਪੜ੍ਹ ਲਈਏ, ਜਿਸ ਵਿੱਚ ਭਗਤ ਬਾਣੀ ਵੀ ਸੰਮਿਲਿਤ ਹੈ, ਸਿੱਖ ਬਾਣੀ ਵੀ ਹੈ, ਭੱਟ ਬਾਣੀ ਵੀ ਹੈ। ਸਾਨੂੰ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਪਦੇਸ਼ ਦਿੱਤਾ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ। ਸਾਨੂੰ ਔਗਣਾਂ ਤੇ ਵਿਕਾਰਾਂ ਤੋਂ ਬਚਣ ਦਾ, ਉਹਨਾਂ ਔਗਣਾਂ ਨੂੰ ਤਿਆਗਣ ਦਾ ਉਪਦੇਸ਼ ਮਿਲਦਾ ਹੈ। ਸਾਨੂੰ ਸ਼ੁਭ ਗੁਣਾਂ ਦੇ ਧਾਰਨ ਕਰਨ ਦੀ ਸਿੱਖਿਆ ਗੁਰੂ ਕੀ ਬਾਣੀ ਦੇ ਵਿੱਚੋਂ ਮਿਲਦੀ ਹੈ। ਔਰ ਇਹੀ ਗੁਰਮਤਿ ਦਾ ਸਭ ਤੋਂ ਵੱਡਾ ਸਿਧਾਂਤ ਹੈ। ਤੇ ਜੇ ਆਪਾਂ ਗੱਲ ਕਰੀਏ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਣੀ ਦੀ, ਜੋ ਬਾਣੀ ਨਾਮੇ ਸਰੂਪ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਚਾਰਨ ਕੀਤੀ ਹੈ, ਉਹ ਸਾਰੀ ਦੀ ਸਾਰੀ ਹੀ ਵੈਰਾਗ ਰੂਪ ਉਚਾਰਨ ਕੀਤੀ।
ਕਿਉਂਕਿ ਗੁਰੂ ਕੀ ਬਾਣੀ ਵਿੱਚ ਸਤਿਗੁਰੂ ਜੀ ਨੇ ਹਰੇਕ ਮੌਕੇ ਦੇ ਸਾਨੂੰ ਸ਼ਬਦ ਬਖਸ਼ੇ ਨੇ। ਜੀਵਨ ਵਿੱਚ ਸਾਡੇ ਦੁੱਖ ਸੁੱਖ ਦੇ ਹਰ ਮੌਕੇ ਤੇ ਸਾਡੀ ਅਗਵਾਈ ਕੀਤੀ ਹੈ। ਬੇਅੰਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਵਿੱਚ ਐਸੇ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਘਰਾਂ ਵਿੱਚ ਖੁਸ਼ੀਆਂ ਦੇ ਮੌਕੇ ਤੇ ਪੜ੍ਹਦੇ ਹਾਂ, ਉਹਨਾਂ ਦਾ ਕੀਰਤਨ ਕਰਦੇ ਹਾਂ, ਸੁਣਦੇ ਹਾਂ। ਤੇ ਬੇਅੰਤ ਸ਼ਬਦ ਐਸੇ ਨੇ ਕਿ ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਇਸ ਪ੍ਰਕਾਰ ਦੁਖਦਾਈ ਭਾਣਾ ਵਾਪਰਦਾ ਹੈ, ਉਹ ਵੈਰਾਗਮਈ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ। ਭਾਵੇਂ ਸ਼ਬਦ ਜਿਹੜੇ ਨੇ ਆਨੰਦਮਈ ਨੇ, ਭਾਵੇਂ ਵੈਰਾਗਮਈ ਨੇ। ਸਾਧ ਸੰਗਤ ਜੀ, ਆਸ਼ਾ ਤਾਂ ਦੋਹਾਂ ਦਾ ਇੱਕੋ ਹੀ ਹੈ, ਸਾਨੂੰ ਪ੍ਰਭੂ ਨਾਲ ਜੋੜਨਾ। ਨਾ ਆਪਾਂ ਖੁਸ਼ੀ ਵਿੱਚ ਵਾਹਿਗੁਰੂ ਨੂੰ ਵਿਸਾਰੀਏ, ਨਾ ਗਮੀ ਵਿੱਚ ਵਾਹਿਗੁਰੂ ਤੋਂ ਬੇਮੁਖ ਹੋਈਏ, ਆਸ਼ਾ ਤਾਂ ਇਹੀ ਹੈ। ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਸਾਰੀ ਬਾਣੀ ਹੀ ਵੈਰਾਗ ਰੂਪ ਹੈ। ਔਰ ਇਸ ਸਾਰੀ ਬਾਣੀ ਵਿੱਚੋਂ ਜੋ ਅਖੀਰ ਵਿੱਚ ਆਪ ਜੀ ਦੇ 57 ਸ਼ਲੋਕ ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਉਚਾਰਨ ਕਰਦੇ ਹਾਂ, ਸੋ ਇਉਂ ਜਾਣ ਲਈਏ ਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦਾ ਜਿਹੜਾ ਨਿਚੋੜ ਹੈ ਨਾ, ਤੱਤ ਸਾਰ ਸਿਧਾਂਤ ਹੈ, ਉਹ ਨਾਵੇਂ ਪਾਤਸ਼ਾਹੀ ਨੇ ਭੋਗ ਦੇ ਸ਼ਲੋਕਾਂ ਵਿੱਚ ਉਚਾਰਨ ਕੀਤਾ ਹੈ। ਮੈਂ ਇੱਕ ਬਚਨ ਸੰਗਤਾਂ ਨਾਲ ਇਹ ਸਾਂਝਾ ਕਰਾਂ। ਕੌਮ ਦੇ ਬੜੇ ਮਹਾਨ ਵਿਦਵਾਨ ਮਹਾਂਪੁਰਖ ਨਿਰਮਲੇ ਸੰਪਰਦਾ ਦੇ ਵਿੱਚੋਂ ਤਤਵੇਤੇ ਮਹਾਤਮਾ ਮਹਾਂਪੁਰਖ ਸੰਤ ਬਾਬਾ ਨਿਹਾਲ ਸਿੰਘ ਜੀ ਹੋਏ ਨੇ। ਉਹਨਾਂ ਨੇ ਇੱਕ ਬੜਾ ਸੁੰਦਰ ਕਵਿਤ ਰਚਿਆ। ਵੈਸੇ ਬੜੇ ਕਵਿਤ ਉਹਨਾਂ ਨੇ ਰਚੇ, ਗੁਰੂ ਕੀ ਉਸਤਤ ਵਿੱਚ, ਗੁਰਬਾਣੀ ਕੀ ਉਸਤਤ ਵਿੱਚ, ਗੁਰੂ ਖਾਲਸਾ ਪੰਥ ਦੀ ਉਸਤਤ ਵਿੱਚ। ਬੜੀ ਕਮਾਲ ਦੀ ਰਚਨਾ ਉਹਨਾਂ ਨੇ ਕੀਤੀ ਹੈ। ਇੱਕ ਕਵਿਤ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਭੋਗ ਦੇ ਸ਼ਲੋਕਾਂ ਦੇ ਬਾਰੇ ਇਹਦੇ ਮਹੱਤਵ ਉਚਾਰਨ ਕਰਦਿਆਂ ਹੋਇਆਂ ਉਚਾਰਿਆ। ਉਹ ਲਿਖਦੇ ਨੇ, ਦੂਧ ਪੂਤ ਨੂਤ ਚਾਹੇ, ਗੱਜ ਬਾਜ ਸੂਤ ਚਾਹੇ, ਭਲੀ ਕਰਤੂਤ ਚਾਹੇ, ਹਰਿਆ ਚਾਹੇ ਸੋਗ ਕੋ, ਸਤ ਸੰਤੋਖ ਚਾਹੇ, ਗਿਆਨ ਧਿਆਨ ਮੋਖ ਚਾਹੇ, ਕਾਟਿਓ ਕਾਮ ਰੋਖ ਚਾਹੇ, ਸਾਧੂ ਚਾਹੇ ਜੋਗ ਕੋ, ਧਨ ਦੀ ਵਰਧਾਨ ਚਾਹੇ, ਆਗਿਆ ਮਹਿ ਜਹਾਨ ਚਾਹੇ, ਸ਼ੁਭ ਸੰਤਾਨ ਚਾਹੇ, ਆਰਜਾ ਆਰੋਗ ਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਜੋਈ, ਸਾਰੋ ਜੋ ਨਾ ਸੁਨਿਆ ਜਾਏ, ਆਏ ਸੁਨੇ ਭੋਗ ਕਉ। ਤਕਰੀਬਨ ਜਿੰਨੀਆਂ ਸਾਡੀਆਂ ਦੁਨਿਆਵੀ ਖਾਸ਼ਾਂ ਹਨ, ਦੁਨੀਆ ਦੇ ਸੁੱਖ ਮਾਣਨ ਦੀਆਂ ਤੇ ਅਗਾਂਹ ਪਰਲੋਕ ਵਿੱਚ ਸੁੱਖ ਪ੍ਰਾਪਤ ਕਰਨ ਦੀਆਂ, ਉਹਨਾਂ ਸਭਨਾਂ ਦਾ ਵਰਣਨ ਇਸ ਕਵਿਤ ਵਿੱਚ ਆ ਗਿਆ ਹੈ। ਦੂਧ ਪੂਤ ਨੂਤ ਚਾਹੇ, ਕੋਈ ਦੁੱਧ ਚਾਹੁੰਦਾ ਹੋਵੇ, ਕੋਈ ਪੁੱਤ ਚਾਹੁੰਦਾ ਹੋਵੇ। ਪੁਰਾਣੀ ਅਸੀਸ ਮਾਈਆਂ ਇਹੋ ਜਿਹਾ ਕਰਦੀਆਂ ਸਨ, ਦੁੱਧੀ ਨਹਾਓ ਤੇ ਪੁੱਤੀ ਫੜੋ, ਦੁੱਧ ਪੁੱਤ ਹੋਣ ਘਰ ਵਿੱਚ। ਕੋਈ ਦੁੱਧ ਚਾਹੁੰਦਾ ਹੋਵੇ, ਕੋਈ ਪੁੱਤ ਚਾਹੁੰਦਾ ਹੋਵੇ। ਤੇ ਨੂਤ ਕਹਿੰਦੇ ਨੁੱਤ ਉਸਤਤ ਨੂੰ, ਵਡਿਆਈ ਨੂੰ। ਕੋਈ ਦੁਨੀਆ ਵਿੱਚ ਆਪਣੀ ਵਡਿਆਈ ਚਾਹੁੰਦਾ ਹੋਵੇ। ਦੂਧ ਪੂਤ ਨੂਤ ਚਾਹੇ, ਗੱਜ ਬਾਜ ਸੂਤ ਚਾਹੇ। ਗੱਜ ਦਾ ਅਰਥ ਹੈ ਹਾਥੀ, ਬਾਜ ਦਾ ਅਰਥ ਹੈ ਘੋੜਾ, ਤੇ ਸੂਤ ਦਾ ਅਰਥ ਹੈ ਰਥ। ਕਿਉਂਕਿ ਪੁਰਾਣੀਆਂ ਸ਼ਾਹੀ ਅਸਵਾਰੀਆਂ ਇਹੀ ਹੁੰਦੀਆਂ ਸਨ। ਕੋਈ ਇਹ ਚਾਹੁੰਦਾ ਹੋਵੇ ਹਾਥੀ, ਘੋੜੇ, ਰਥ ਵਗੈਰਾ। ਅਜੋਕੇ ਸਮੇਂ ਮੁਤਾਬਕ ਕਹਿ ਲਈਏ ਕਿ ਆਪਾਂ ਵਧੀਆ ਤੋਂ ਵਧੀਆ ਆਪਣੇ ਵਾਹਨ, ਕਾਰਾਂ, ਮੋਟਰ ਗੱਡੀਆਂ ਚਾਹੁੰਦੇ ਹੋਈਏ। ਭਲੀ ਕਰਤੂਤ ਚਾਹੇ, ਕੋਈ ਚੰਗੀ ਕਰਮ ਕਰਨੀ ਕਿ ਮੇਰੀ ਕਰਤੂਤ ਚੰਗੀ ਹੋਵੇ, ਮੇਰਾ ਕਰਤੱਵ ਚੰਗਾ ਹੋਵੇ, ਮੇਰੀ ਸ਼ੁਭ ਕੰਮਾਂ ਵਾਲੀ ਬਿਰਤੀ ਬਣੇ। ਤੇ ਇਸ ਪ੍ਰਕਾਰ ਹਰਿਆ ਚਾਹੇ ਸੋਗ ਕੋ, ਜੀਵਨ ਵਿੱਚੋਂ ਸਾਰੇ ਸੋਗ, ਸਾਰੇ ਦੁੱਖ ਕੋਈ ਮਿਟਾਉਣਾ ਚਾਹੁੰਦਾ ਹੋਵੇ, ਕੋਈ ਖਤਮ ਕਰਨਾ ਚਾਹੁੰਦਾ ਹੋਵੇ। ਸਤ ਸੰਤੋਖ ਚਾਹੇ, ਸਤ ਸੰਤੋਖ ਦਇਆ ਧਰਮ ਵਿਚਾਰ ਇਤਿਆਦਿਕ ਜਿਹੜੇ ਸ਼ੁਭ ਗੁਣ ਹੁੰਦੇ ਨੇ, ਉਹਨਾਂ ਸ਼ੁਭ ਗੁਣਾਂ ਦੀ ਕੋਈ ਇੱਛਾ ਰੱਖਦਾ ਹੋਵੇ ਕਿ ਮੇਰੇ ਜੀਵਨ ਵਿੱਚ ਇਹ ਸਾਰੇ ਗੁਣ ਆ ਜਾਣ। ਗਿਆਨ ਧਿਆਨ ਮੋਖ ਚਾਹੇ, ਵਾਹਿਗੁਰੂ ਕਾ ਗਿਆਨ, ਪਰਮ ਪਿਤਾ ਪ੍ਰਮਾਤਮਾ ਦਾ ਧਿਆਨ, ਤੇ ਮੋਖ ਤੋਂ ਭਾਵ ਹੈ ਮੁਕਤੀ, ਕੋਈ ਮੁਕਤੀ ਪਾਰ ਉਤਾਰਾ ਚਾਹੁੰਦਾ ਹੋਵੇ। ਕਾਟਿਓ ਕਾਮ ਰੋਖ ਚਾਹੇ, ਕਾਮ ਕ੍ਰੋਧ ਇਤਿਆਦਿਕ ਔਗਣ ਜਿਨ੍ਹਾਂ ਤੇ ਕਾਬੂ ਪਾਉਣਾ ਬੜਾ ਮੁਸ਼ਕਲ ਹੈ, ਬੜਾ ਔਖਾ ਹੈ, ਇਹਨਾਂ ਨੂੰ ਕੋਈ ਕੱਟਣਾ ਚਾਹੁੰਦਾ ਹੋਵੇ, ਇਹਨਾਂ ਤੇ ਕੋਈ ਕਾਬੂ ਪਾਉਣਾ ਚਾਹੁੰਦਾ ਹੋਵੇ। ਤੇ ਸਾਧੂ ਚਾਹੇ ਜੋਗ ਕੋ, ਸਾਧ ਬਿਰਤੀ ਧਾਰਨ ਕਰਕੇ ਕੋਈ ਵਾਹਿਗੁਰੂ ਦੇ ਨਾਲ ਜੋਗ ਜੁੜਨਾ ਚਾਹੁੰਦਾ ਹੋਵੇ ਤਾਂ। ਫਿਰ ਅੱਗੇ ਹੋਰ ਬਚਨ ਕਰਦੇ ਨੇ, ਧਨ ਦੀ ਵਰਧਾਨ ਚਾਹੇ। ਕੌਣ ਨਹੀਂ ਚਾਹੁੰਦਾ ਕਿ ਮੇਰੀ ਕਿਰਤ ਕਮਾਈ ਵਿੱਚ ਵਾਧਾ ਪਵੇ, ਮੈਨੂੰ ਬਹੁਤ ਮਾਇਆ ਮਿਲੇ। ਇਉਂ ਧਨ ਦੀ ਵਰਧਾਨ ਚਾਹੇ, ਆਗਿਆ ਮਹਿ ਜਹਾਨ ਚਾਹੇ। ਲੋਕ ਮੇਰਾ ਕਿਹਾ ਹੋਇਆ ਮੰਨਣ, ਮੇਰੀ ਕਹੀ ਹੋਈ ਗੱਲ ਦਾ ਸਤਿਕਾਰ ਹੋਵੇ। ਸੋ ਇਉਂ ਧਨ ਦੀ ਵਰਧਾਨ ਚਾਹੇ, ਆਗਿਆ ਮਹਿ ਜਹਾਨ ਚਾਹੇ, ਸ਼ੁਭ ਸੰਤਾਨ ਚਾਹੇ, ਸੁੰਦਰ ਸੰਤਾਨ, ਨੇਕ ਸੰਤਾਨ, ਭਲੀ ਔਲਾਦ। ਇਹ ਹਰ ਇੱਕ ਗ੍ਰਸਤੀ ਦੀ ਖਾਹਿਸ਼ ਹੁੰਦੀ ਹੈ।
ਤੇ ਫਿਰ ਕਹਿੰਦੇ ਨੇ ਆਰਜਾ ਆਰੋਗ ਕੋ, ਅਰੋਗਤਾ ਦੇ ਸਹਿਤ ਆਪਣੀ ਆਰਜਾ ਆਪਣੀ ਉਮਰ ਜਿਹੜੀ ਹੈ ਕੋਈ ਬਤਾਉਣੀ ਚਾਹੁੰਦਾ ਹੋਵੇ ਤਾਂ ਤੇ ਕੀ ਕਰਨਾ ਚਾਹੀਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਜੋਈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਅੰਮ੍ਰਿਤ ਰੂਪ ਗੁਰਬਾਣੀ ਜਿਹੜੀ ਹੈ ਨਾ, ਉਹ ਬਾਣੀ ਦਾ ਓਟ ਆਸਰਾ ਲਵੇ, ਗੁਰੂ ਕੀ ਬਾਣੀ ਦਾ ਪਾਠ ਸੁਣੇ, ਗੁਰੂ ਕੀ ਬਾਣੀ ਨੂੰ ਸ਼ਰਧਾ ਭਾਵਨਾ ਨਾਲ ਪੜ੍ਹੇ ਤੇ ਸੁਣੇ। ਪਰ ਹੁਣ ਸੰਸਾਰਕ ਬੰਧਨਾਂ ਕਰਕੇ, ਸੰਸਾਰਕ ਜੰਜਾਲਾਂ ਕਰਕੇ, ਕੰਮਾਂ ਕਾਜਾਂ ਕਰਕੇ ਕਿਤੇ ਐਸਾ ਸਬੱਬ ਨਾ ਬਣੇ ਇੱਕ ਓੰਕਾਰ ਤੋਂ 18 10 20 ਤੱਕ ਸਾਰੀ ਬਾਣੀ ਸੁਣਨ ਦਾ, ਸਾਰੋ ਜੋ ਨਾ ਸੁਣਿਆ ਜਾਏ। ਤਾਂ ਫਿਰ ਕੀ ਕਰਨਾ ਚਾਹੀਦਾ ਜੀ? ਆਏ ਸੁਨੇ ਭੋਗ ਕੋ, ਆ ਕੇ ਭੋਗ ਦੇ ਸ਼ਲੋਕ ਸਰਵਣ ਕਰ ਲਵੇ ਨਾਵੇਂ ਪਾਤਸ਼ਾਹ ਜੀ ਦੇ। ਸੋ ਇਉਂ ਇਹ ਸਾਰੇ ਫਲ ਪ੍ਰਾਪਤ ਹੋ ਜਾਣਗੇ, ਸਾਰੀਆਂ ਮਨੋਕਾਮਨਾ ਜਿਹੜੀਆਂ ਨੇ ਉਹ ਸੰਪੂਰਨ ਹੋਣਗੀਆਂ। ਬਸ ਸਿੱਖ ਦੇ ਮਨ ਵਿੱਚ ਸ਼ਰਧਾ ਚਾਹੀਦੀ ਹੈ, ਪ੍ਰੇਮ ਚਾਹੀਦਾ ਹੈ, ਭਾਵਨਾ ਚਾਹੀਦੀ ਹੈ ਤੇ ਅਟਲ ਨਿਸ਼ਚਾ ਚਾਹੀਦਾ ਹੈ, ਅਡੋਲ ਨਿਸ਼ਚਾ। ਜੇ ਇਹ ਹੋਵੇ ਤਾਂ ਸਭੋ ਕੁਝ ਹੀ ਪ੍ਰਾਪਤ ਹੁੰਦਾ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੰਪੂਰਨ ਬਾਣੀ ਦਾ ਨਿਚੋੜ ਰੂਪ ਹਨ ਸਤਿਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਹੋਏ ਭੋਗ ਦੇ ਸ਼ਲੋਕ। ਹੁਣ ਜੇ ਆਪਾਂ ਪਹਿਲਾ ਹੀ ਸ਼ਲੋਕ ਵਿਚਾਰੀਏ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਇਹੀ ਸਿਧਾਂਤ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦਾ ਕਿ ਜੇ ਜੀਵਨ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਗਾਏ, ਪਰਮਾਤਮਾ ਦਾ ਨਾਮ ਜਿਸ ਨੇ ਨਹੀਂ ਜਪਿਆ, ਉਹਨੇ ਆਪਣੇ ਜਨਮ ਨੂੰ ਅਕਾਰਥ ਗਵਾ ਲਿਆ, ਵਿਅਰਥ ਗਵਾ ਲਿਆ। ਇਹੀ ਸ਼ੁੱਧ ਉਚਾਰਨ ਹੈ, ਇਹੀ ਸ਼ੁੱਧ ਵਿਸ਼ਰਾਮ ਹੈ ਤੇ ਇਹੀ ਸ਼ੁੱਧ ਅਰਥ ਹੈ। ਗੁਰਬਾਣੀ ਅਗਾਧ ਬੋਧ ਹੈ, ਹਰ ਪੱਖ ਤੋਂ ਉਪਦੇਸ਼ ਦਿੰਦੀ ਹੈ। ਜੇ ਇਸੇ ਸ਼ਲੋਕ ਨੂੰ ਥੋੜਾ ਜਿਹਾ ਵਿਸਰਾਮ ਬਦਲ ਕੇ ਆਪਾਂ ਪੜ ਲਈਏ ਤਾਂ ਦੂਜਾ ਪੱਖ ਵੀ ਆ ਜਾਵੇਗਾ। ਗੁਣ ਗੋਬਿੰਦ ਗਾਇਓ, ਜੇ ਵਾਹਿਗੁਰੂ ਦੇ ਗੁਣ ਗਾਏ ਨੇ, ਜੇ ਸਿਮਰਨ ਕੀਤਾ ਹੈ, ਨਹੀਂ ਜਨਮ ਅਕਾਰਥ ਕੀਨ, ਜਨਮ ਵਿਅਰਥ ਨਹੀਂ ਹੋਇਆ, ਫਿਰ ਜਨਮ ਸਫਲਾ ਹੋ ਗਿਆ, ਫਿਰ ਜਿਹੜਾ ਇਹ ਜਨਮ ਸੀ ਲੇਖੇ ਲੱਗ ਗਿਆ। ਪਰ ਆਪਾਂ ਪਾਠ ਇਉਂ ਨਹੀਂ ਕਰਨਾ, ਸ਼ੁੱਧ ਪਾਠ ਉਹੀ ਹੈ। ਪ੍ਰਮੁੱਖ ਅਰਥ ਜਿਹੜਾ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇਹ ਥੋੜਾ ਜਿਹਾ ਗੁਰਬਾਣੀ ਦੀ ਡੂੰਘਾਈ ਬਾਰੇ ਆਪ ਜੀ ਨਾਲ ਬਚਨ ਕੀਤਾ। ਦੇਖੋ ਕਿ ਇਹ ਜਿਹੜਾ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਹੈ, ਮਹਾਰਾਜ ਨੇ ਇਸ ਇੱਕ ਪੰਕਤੀ ਵਿੱਚ ਪਰੋ ਕੇ ਰੱਖ ਦਿੱਤਾ ਹੈ। ਔਰ ਇਸੇ ਪ੍ਰਕਾਰ ਜੇ ਅਖੀਰਲਾ ਸ਼ਲੋਕ ਆਪਾਂ ਪੜ੍ਹੀਏ, ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਵਾਹਿਗੁਰੂ ਦਾ ਨਾਮ ਔਰ ਮੈਂ ਗਹਿਓ, ਇੱਥੇ ਗਇਓ ਨਹੀਂ ਬੋਲਣਾ। ਸਾਡੇ ਆਮ ਪਾਠੀ ਇੱਥੇ ਬਹੁਤ ਅਣਗਹਿਲੀ ਕਰਦੇ ਨੇ। ਗਇਓ ਤੇ ਗਹਿਓ ਬੜਾ ਵੱਡਾ ਅਰਥਾਂ ਦਾ ਫਰਕ ਹੈ। ਗੱਗਾ ਈੜੀ ਸਿਹਾਰੀ ਤੇ ਖੁੱਲੇ ਮੂੰਹ ਵਾਲਾ ਊੜਾ ਹੋਵੇ, ਪਾਠ ਬਣੇਗਾ ਗਇਓ। ਤੇ ਇੱਥੇ ਗੱਗਾ ਹਾਹੇ ਸਿਹਾਰੀ ਤੇ ਖੁੱਲੇ ਉਹ ਮੂੰਹ ਵਾਲਾ ਊੜਾ ਹੈ ਗਹਿਓ। ਗਇਓ ਦਾ ਭਾਵ ਕਿ ਗਿਆ, ਚਲਿਆ ਗਿਆ। ਗਹਿਓ ਦਾ ਭਾਵ ਹੈ ਪਕੜ ਲਿਆ, ਫੜ ਲਿਆ, ਵਸਾ ਲਿਆ ਹਿਰਦੇ ਦੇ ਵਿੱਚ। ਆਪਾਂ ਰਹਿਰਾ ਸਾਹਿਬ ਦਾ ਪਾਠ ਵੀ ਕਰਦੇ, ਚੌਪਈ ਸਾਹਿਬ ਵੀ ਪੜ੍ਹਦੇ ਆ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਪਰਮ ਪਵਿੱਤਰ ਇਹ ਬਚਨ ਆਉਂਦੇ ਨੇ ਨਾ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ। ਗਇਓ ਤੁਹਾਰੋ ਦੁਆਰ ਨਹੀਂ, ਗਇਓ ਤੁਹਾਰੋ ਦੁਆਰ ਦਾ ਮਤਲਬ ਮੈਂ ਤੁਹਾਡੇ ਦੁਆਰ ਤੇ ਗਿਆ, ਤੇ ਗਹਿਓ ਤੁਹਾਰੋ ਦੁਆਰ ਮੈਂ ਤੁਹਾਡੇ ਦੁਆਰ ਨੂੰ ਫੜ ਲਿਆ, ਤੁਹਾਡੇ ਦਰ ਦਾ ਆਸਰਾ ਪਕੜ ਲਿਆ। ਬੜਾ ਵੱਡਾ ਫਰਕ ਪੈ ਜਾਂਦਾ ਸਾਧ ਸੰਗਤ ਜੀ। ਇਸ ਵਾਸਤੇ ਇਹ ਸਾਨੂੰ ਖਿਆਲ ਕਰਨਾ ਚਾਹੀਦਾ। ਸੋ ਇਉਂ ਰਾਮ ਨਾਮ ਔਰ ਮੈਂ ਗਹਿਓ, ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾ ਲਿਆ। ਗਹਿਓ ਦਾ ਸ਼ਬਦੀ ਅਰਥ ਫੜਨਾ ਹੁੰਦਾ, ਪਕੜਨਾ ਹੁੰਦਾ। ਇੱਥੇ ਪਕੜਨ ਤੋਂ ਭਾਵ ਹੈ ਹਿਰਦੇ ਵਿੱਚ ਵਸਾ ਲੈਣ ਤੋਂ, ਧਾਰਨ ਕਰ ਲੈਣ ਤੋਂ। ਜਾ ਕੇ ਸਮ ਨਹੀਂ ਕੋਏ, ਜਿਸ ਵਾਹਿਗੁਰੂ ਦੇ ਨਾਮ ਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ। ਜਿਨ੍ਹਾਂ ਨੇ ਉਹ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਤੇ ਕਿਰਪਾ ਹੁੰਦੀ। ਨਾਮ ਜਪਣ ਦਾ ਮਹਾਤਮ ਇਹ ਮਿਲਦਾ ਹੈ, ਨਾਮ ਦੀ ਵਡਿਆਈ ਇਹ ਹੈ ਕਿ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਿਸ ਦਾ ਸਿਮਰਨ ਕਰਨ ਦੇ ਨਾਲ ਸਾਰੇ ਸੰਕਟ, ਸਾਰੇ ਦੁੱਖ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਚਾਹੇ ਸੰਸਾਰਕ ਜੀਵਨ ਦੇ ਸੰਕਟ ਹੋਣ, ਚਾਹੇ ਅਗਾਂਹ ਪਰਲੋਕ ਦੇ ਸੰਕਟ ਹੋਣ, ਸਾਰੇ ਮਿਟ ਜਾਂਦੇ ਨੇ ਤੇ ਦਰਸ ਤੁਹਾਰੋ ਹੋਏ। ਹੇ ਅਕਾਲ ਪੁਰਖ ਜੀ, ਆਪ ਜੀ ਦੇ ਦਰਸ਼ਨ ਦਿਦਾਰੇ ਹੋ ਜਾਂਦੇ ਨੇ। ਐਸਾ ਜਿਹੜਾ ਆਪ ਜੀ ਦਾ ਪਰਮ ਪਵਿੱਤਰ ਨਾਮ ਹੈ ਰਾਮ ਨਾਮ ਔਰ ਮੈਂ ਗਹਿਓ,
ਉਹ ਨਾਮ ਅਸੀਂ ਆਪ ਜੀ ਦੀ ਕਿਰਪਾ ਸਦਕਾ ਆਪਣੇ ਹਿਰਦੇ ਵਿੱਚ ਵਸਾਇਆ ਹੈ। ਉਹ ਨਾਮ ਜਿਹੜਾ ਹੈ ਉਸ ਨਾਲ ਆਪਣੇ ਚਿੱਤ ਦੀ ਪ੍ਰੀਤ ਜੋੜੀ ਹੈ। ਇਹ ਸਿਧਾਂਤ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਥੋੜਾ ਜਿਹਾ ਜੋ ਗੁਰਮੁਖਾਂ ਨੇ ਹੁਕਮ ਕੀਤਾ ਸੀ, ਗੁਰੂ ਕੀ ਬਾਣੀ ਨੂੰ ਪੜ੍ਹੇ ਜਾਣ ਬਾਰੇ ਔਰ ਗੁਰੂ ਕੇ ਸਤਿਕਾਰ ਬਾਰੇ, ਇਹ ਇੱਕ ਬਹੁਤ ਹੀ ਜ਼ਰੂਰੀ ਇੱਕ ਸਾਧ ਸੰਗਤ ਜੀ ਧਿਆਨ ਦੇਣ ਯੋਗ ਗੱਲ ਹੈ। ਅੱਜ ਸਤਿਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਦਾ ਸ਼ਰਧਾ ਭਾਵਨਾ ਨਾਲ ਔਰ ਪ੍ਰੇਮ ਦੇ ਨਾਲ ਪਾਠ ਕਰਨ ਵਾਲੇ ਪਾਠੀ ਸਿੰਘ ਵਿਰਲੇ ਵਿਰਲੇ ਮਿਲਦੇ ਨੇ, ਤੇ ਵਿਰਲੇ ਵਿਰਲੇ ਐਸੇ ਨੇ ਜਿਹੜੇ ਸ਼ੁੱਧਤਾ ਦੇ ਸਹਿਤ ਉਚਾਰਨ ਕਰਦੇ ਨੇ। ਭਾਵੇਂ ਕਿ ਇਹ ਦਾਵਾ ਕੋਈ ਨਹੀਂ ਜੇ ਕਰ ਸਕਦਾ ਕਿ ਮੈਂ ਪੂਰਨ ਤੌਰ ਤੇ ਸ਼ੁੱਧ ਪੜ੍ਹਦਾ ਹਾਂ। ਗੁਰਬਾਣੀ ਅਗਾਧ ਬੋਧ ਹੈ, ਅਥਾਹ ਹੈ, ਅੰਤ ਨਹੀਂ ਪਾਇਆ ਜਾ ਸਕਦਾ, ਦਾਵਾ ਨਹੀਂ। ਪਰ ਗੁਰੂ ਆਸਰੇ ਸਦਕਾ ਸਿੱਖ ਦੇ ਮਨ ਦੀ ਭਾਵਨਾ ਐਸੀ ਹੋਣੀ ਚਾਹੀਦੀ ਹੈ, ਯਤਨ ਵੱਧ ਤੋਂ ਵੱਧ ਐਸਾ ਹੋਣਾ ਚਾਹੀਦਾ ਹੈ ਕਿ ਜੋ ਜੋ ਲਗ ਮਾਤਰ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਅਸੀਂ ਉਹਨਾਂ ਲਗਾ ਮਾਤਰਾਂ ਦਾ ਖਿਆਲ ਰੱਖੀਏ। ਜੋ ਜੋ ਅੱਖਰ ਗੁਰੂ ਗਰੀਬ ਨਿਵਾਜ ਜੀ ਨੇ ਗੁਰਬਾਣੀ ਦੇ ਲਿਖੇ ਨੇ, ਉਹਨਾਂ ਅੱਖਰਾਂ ਦਾ ਜਿਹੜਾ ਉਚਾਰਨ ਹੈ ਉਹਦੇ ਵੱਲ ਆਪਾਂ ਖਿਆਲ ਰੱਖੀਏ। ਤੇ ਇਹਦੇ ਵਾਸਤੇ ਸਭ ਤੋਂ ਮੁੱਢਲੀ ਬੇਨਤੀ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੀ ਮਾਤ ਭਾਸ਼ਾ ਨਾਲ ਜੁੜੀਏ। ਗੁਰਮੁਖੀ ਅੱਖਰ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਾਨੂੰ ਜੋ ਬਖਸ਼ੇ ਨੇ, ਗੁਰਮੁਖੀ ਲਿਪੀ ਹੈ, ਪੰਜਾਬ ਦੇ ਇਲਾਕੇ ਵਿੱਚ ਪ੍ਰਫੁੱਲਤ ਹੋਈ ਹੋਣ ਕਰਕੇ ਆਪਾਂ ਇਸ ਨੂੰ ਪੰਜਾਬੀ ਭਾਸ਼ਾ ਕਹਿ ਦਿੰਦੇ ਹਾਂ। ਸੋ ਇਸ ਪ੍ਰਕਾਰ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਦੇ ਨਾਲ ਜੁੜਨਾ ਇਹ ਲਾਜ਼ਮੀ ਹੈ। ਇੱਕ ਸਾਡੇ ਵਿੱਚ ਇਹ ਸਭ ਤੋਂ ਵੱਡੀ ਘਾਟ ਹੈ ਕਿ ਅਸੀਂ ਆਪਣੀ ਭਾਸ਼ਾ ਦੀ ਬੇਕਦਰੀ ਕਰਦੇ ਹਾਂ। ਇਹ ਘਾਟ ਸਾਡੇ ਤੋਂ ਇਲਾਵਾ ਹੋਰ ਕਿਤੇ ਨਹੀਂ ਜੇ ਮਿਲਦੀ। ਆ ਹਿੰਦੁਸਤਾਨ ਦੇ ਚਲੇ ਜਾਓ ਦੱਖਣੀ ਸੂਬਿਆਂ ਦੇ ਵਿੱਚ, ਆ ਚਲੇ ਜਾਓ ਉਧਰ ਅਗਾਂਹ ਹੇਠਾਂ ਨੂੰ ਕੇਰਲਾ ਵਾਲੇ ਪਾਸੇ ਹੋਰਨਾਂ ਇਲਾਕਿਆਂ ਵਿੱਚ, ਉਹ ਲੋਕ ਆਪਣੀ ਭਾਸ਼ਾ ਪ੍ਰਤੀ ਇੰਨੇ ਸਜਾਗ ਨੇ, ਇੰਨੇ ਸੁਚੇਤ ਨੇ ਕਿ ਹੋਰ ਕਿਸੇ ਭਾਸ਼ਾ ਵਿੱਚ ਗੱਲ ਕਰਨੀ ਉਹ ਪਸੰਦ ਨਹੀਂ ਕਰਦੇ, ਇੰਨਾ ਪਿਆਰ ਕਰਦੇ ਨੇ। ਆ ਬਾਹਰਲੇ ਦੇਸ਼ਾਂ ਵਿੱਚ ਵੀ ਵਿਚਰਨ ਦਾ ਜਦੋਂ ਮੌਕਾ ਮਿਲਦਾ ਹੈ, ਆ ਕਿਤੇ ਜਰਮਨ ਵਗੈਰਾ ਵਾਲੇ ਪਾਸੇ ਜਾਈਏ ਜਿੱਥੇ ਡੱਚ ਬੋਲੀ ਜਾਂਦੀ ਹੈ, ਜਾਂ ਹੋਰ ਕੋਈ ਸਪੇਨ ਜਿੱਥੇ ਸਪੇਨ ਵਗੈਰਾ ਸਪੈਨਿਸ਼ ਬੋਲੀ ਜਾਂਦੀ ਹੈ, ਉਹ ਆਪਣੀ ਭਾਸ਼ਾ ਨੂੰ ਬੇਹੱਦ ਪਿਆਰ ਕਰਦੇ, ਬੇਹੱਦ ਪਿਆਰ ਕਰਦੇ ਨੇ। ਤੇ ਅਸੀਂ ਸਾਡੀ ਜਿਹੜੀ ਬੋਲੀ ਹੈ, ਸਾਡੀ ਜਿਹੜੀ ਭਾਸ਼ਾ ਹੈ, ਗੁਰੂ ਕੀ ਬਖਸ਼ੀ ਹੋਈ ਭਾਸ਼ਾ ਹੋਣ ਦੇ ਬਾਵਜੂਦ ਵੀ ਆਪਾਂ ਇਹਨੂੰ ਗਵਾਰਾਂ ਦੀ ਭਾਸ਼ਾ, ਅਨਪੜ੍ਹਾਂ ਦੀ ਭਾਸ਼ਾ ਸਮਝ ਲਿਆ। ਸਾਡੀ ਆਮ ਬੋਲਚਾਲ ਦੇ ਵਿੱਚ ਸਾਨੂੰ ਹਿੰਦੀ ਨਹੀਂ ਵੀ ਆਉਂਦੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹਿੰਦੀ ਬੋਲੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪੜ੍ਹਿਆ ਲਿਖਿਆ ਹੈ। ਸਾਨੂੰ ਅੰਗਰੇਜ਼ੀ ਨਹੀਂ ਵੀ ਆਉਂਦੀ ਤਾਂ ਆਪਾਂ ਅੰਗਰੇਜ਼ੀ ਦੇ ਲਫ਼ਜ਼ ਬਦੋ ਬਦੀ ਘਸੋੜਨ ਦਾ ਯਤਨ ਕਰਦੇ ਆ। ਲੋਕੀ ਇਹ ਨਾ ਕਹਿਣ ਕਿ ਇਹਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ, ਪੰਜਾਬੀ ਬੋਲ ਕੇ ਸ਼ਾਇਦ ਅਸੀਂ ਅਨਪੜ੍ਹ ਜਾਪਾਂਗੇ। ਨਹੀਂ, ਇਹ ਸਾਡੀ ਗੁਲਾਮ ਮਾਨਸਿਕਤਾ ਹੈ। ਇਹ ਸਾਡੀ ਇੱਕ ਬਹੁਤ ਵੱਡੀ ਘਾਟ ਹੈ, ਇਹ ਬੜੀ ਵੱਡੀ ਕਮਜ਼ੋਰੀ ਹੈ। ਜਿੰਨਾ ਰਹੱਸ, ਜਿੰਨਾ ਭੇਦ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਨਾ ਸਾਧ ਸੰਗਤ ਜੀ, ਵਿਦਵਤਾ ਦੇ ਪੱਖ ਤੋਂ, ਉਹਨਾਂ ਸ਼ਾਇਦ ਕਿਸੇ ਹੋਰ ਭਾਸ਼ਾ ਵਿੱਚ ਵੀ ਬਿਲਕੁਲ ਨਾ ਹੋਵੇ। ਜਰਾ ਇਸ ਪਾਸੇ ਨੂੰ ਖਿਆਲ ਤਾਂ ਕਰਕੇ ਵੇਖੀਏ। ਸੋ ਇਸ ਪ੍ਰਕਾਰ ਸਭ ਤੋਂ ਪਹਿਲਾਂ ਤਾਂ ਆਪਣੀ ਭਾਸ਼ਾ ਨਾਲ ਜੁੜੀਏ। ਆਪਣੇ ਜਿਹੜੇ ਪ੍ਰਾਪਤਨ ਲਫ਼ਜ਼ ਨੇ ਨਾ ਸਾਡੀ ਆਮ ਬੋਲਚਾਲ ਦੇ, ਪਹਿਲਾਂ ਉਹਨਾਂ ਲਫ਼ਜ਼ਾਂ ਨੂੰ ਆਪਾਂ ਅਪਣਾਈਏ, ਉਹਨਾਂ ਨੂੰ ਤਿਆਗੀਏ ਨਾ। ਛੋਟਾ ਜਿਹਾ ਬੱਚਾ ਹੈ, ਨਿੱਕੇ ਹੁੰਦੇ ਤੋਂ ਹੀ ਮਾਤਾ ਪਿਤਾ ਤੋਰ ਦਿੰਦੇ ਨੇ ਅੰਗਰੇਜ਼ੀ ਸਕੂਲਾਂ ਵਿੱਚ, ਤੇ ਇੱਕ ਇਹਨਾਂ ਸਕੂਲਾਂ ਨੇ ਬੜੀ ਅੱਤ ਚੁੱਕੀ ਆ ਜੀ, ਪੰਜਾਬੀ 'ਚ ਗੱਲ ਨਹੀਂ ਕਰਨੀ, ਹਿੰਦੀ 'ਚ ਗੱਲ ਕਰੋ ਜਾਂ ਅੰਗਰੇਜ਼ੀ 'ਚ ਗੱਲ ਕਰੋ। ਕਿਉਂ ਭਾਈ ਪੰਜਾਬੀ 'ਚ ਕਿਉਂ ਨਹੀਂ ਕਰਨੀ? ਪੰਜਾਬੀ ਦੰਦੀਆਂ ਵੱਢਦੀ ਹੈ ਪਈ। ਨਹੀਂ, ਉੱਥੇ ਸਟੈਂਡ ਲਓ, ਉੱਥੇ ਅੜੋ। ਹਾਂ, ਸਕੂਲੇ ਜਿਹੜਾ ਤੁਸੀਂ ਸਿਲੇਬਸ ਪੜਾਉਣਾ ਉਹ ਪੜਾਓ, ਘਰਾਂ ਦੇ ਵਿੱਚ ਪੰਜਾਬੀ ਵਿੱਚ ਹੀ ਗੱਲ ਹੋਵੇਗੀ, ਆਮ ਬੋਲ ਚਾਲ ਵਿੱਚ ਪੰਜਾਬੀ ਵਿੱਚ ਹੀ ਗੱਲ ਹੋਵੇਗੀ। ਕਿਉਂ ਛੱਡੀਏ ਆਪਾਂ? ਕੋਈ ਭਾਸ਼ਾ ਮਾੜੀ ਨਹੀਂ, ਮੈਂ ਕਿਸੇ ਭਾਸ਼ਾ ਨੂੰ ਨਿੰਦਣਾ ਨਹੀਂ ਚਾਹੁੰਦਾ, ਮੈਂ ਕਿਸੇ ਭਾਸ਼ਾ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ, ਕਿਸੇ ਭਾਸ਼ਾ ਦਾ ਖੰਡਨ ਨਹੀਂ। ਜਦੋਂ ਦੁਨੀਆ ਵਿੱਚ ਆਪਾਂ ਵਿਚਰਨਾ, ਸਾਨੂੰ ਲੋੜ ਪੈਣੀ ਹੈ। ਹਰ ਭਾਸ਼ਾ ਪੜ੍ਹਨੀ, ਇਹ ਸਾਧ ਸੰਗਤ ਜੀ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਪੜ੍ਹਨੀ ਚਾਹੀਦੀ ਹੈ। ਵੱਧ ਤੋਂ ਵੱਧ ਆਪਾਂ ਜਿਹੜਾ ਹੈ ਉਹ ਗਿਆਨ ਪ੍ਰਾਪਤ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅੰਮ੍ਰਿਤ ਰੂਪ ਬਾਣੀ ਦੀ ਜਿਹੜੀ ਲਿਖਤ ਹੈ, ਉਹ ਲਿਖਤ ਗੁਰਮੁਖੀ ਵਿੱਚ ਹੈ। ਭਾਸ਼ਾ ਤਾਂ ਸਾਰੀ ਉਹ ਗੁਰਮੁਖੀ ਨਹੀਂ, ਭਾਸ਼ਾਵਾਂ ਤਾਂ ਅਨੇਕਾਂ ਨੇ।
ਇੱਥੇ ਹਿੰਦਕੀ ਵੀ ਹੈ, ਇੱਥੇ ਅਰਬੀ ਵੀ ਹੈ, ਇੱਥੇ ਫਾਰਸੀ ਵੀ ਹੈ, ਇੱਥੇ ਸੰਸਕ੍ਰਿਤ ਵੀ ਹੈ। ਸੋ ਇਸੇ ਪ੍ਰਕਾਰ ਇੱਥੇ ਮਰਾਠੀ ਭਾਸ਼ਾ ਦੇ ਵੀ ਅੱਖਰ ਗੁਰੂ ਕੀ ਬਾਣੀ ਵਿੱਚ ਸੁਭਾਏਮਾਨ ਨੇ। ਅਨੇਕਾਂ ਭਾਸ਼ਾਵਾਂ, ਪਰ ਉਹਨਾਂ ਸਾਰਿਆਂ ਦੀ ਲਿਖਤ ਜਿਹੜੀ ਹੈ ਗੁਰਮੁਖੀ ਵਿੱਚ ਹੈ। ਇਉਂ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ, ਦੂਸਰੀਆਂ ਭਾਸ਼ਾਵਾਂ ਸਿੱਖਣੀਆਂ ਕੋਈ ਗਲਤ ਗੱਲ ਨਹੀਂ, ਉਹਨਾਂ ਦਾ ਕੋਈ ਬਾਈਕਾਟ ਨਹੀਂ, ਜ਼ਰੂਰ ਸਿੱਖੀਏ। ਪਰ ਸਭ ਤੋਂ ਵੱਧ ਆਪਣੀ ਜਿਹੜੀ ਇਹ ਮਾਤ ਭਾਸ਼ਾ ਗੁਰੂ ਕੀ ਬਖਸ਼ੀ ਗੁਰਮੁਖੀ, ਇਹਦੇ ਨਾਲ ਆਪਾਂ ਪਿਆਰ ਕਰੀਏ, ਦਿਲੋਂ ਪਿਆਰ ਕਰੀਏ। ਜੇ ਗੁਰਮੁਖੀ ਨਾਲ ਪਿਆਰ ਨਹੀਂ ਹੋਵੇਗਾ ਤਾਂ ਆਪਾਂ ਗੁਰੂ ਕੀ ਬਾਣੀ ਦਾ ਜਿਹੜਾ ਉਚਾਰਨ ਹੈ ਉਹ ਸਹੀ ਤਰੀਕੇ ਨਹੀਂ ਕਰ ਸਕਾਂਗੇ। ਇਹ ਇੱਕ ਅਟਲ ਸੱਚਾਈ ਹੈ। ਸਭ ਤੋਂ ਪਹਿਲਾਂ ਊੜੇ ਤੋਂ ਰਾੜੇ ਤੱਕ 35 ਅੱਖਰੀ ਜੋ ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਬਖਸ਼ੀ ਹੈ, ਪਹਿਲਾਂ ਤਾਂ ਇਹਦਾ ਹੀ ਸ਼ੁੱਧ ਉਚਾਰਨ ਆਪਾਂ ਸਿੱਖੀਏ। ਊੜਾ ਐੜਾ ਈੜੀ ਸੱਸਾ ਹਾਹਾ ਪੜ੍ਹ ਲਿਆ, ਅੱਗੇ ਕੱਕਾ ਖੱਖਾ ਗੱਗਾ ਘੱਗਾ ਗੰਗਾ ਵੀ ਪੜ੍ਹ ਲਿਆ, ਤੇ ਅਗਾਂਹ ਹੁਣ ਚੱਚਾ ਛੱਛਾ ਜੱਜਾ ਝੱਜਾ ਨੰਨ੍ਹਾ, ਉਹ ਆਪਾਂ ਚਿੱਚਾ ਛਿੱਛਾ ਜੀਜਾ ਕਹੀ ਜਾਂਦੇ ਆ। ਸਕੂਲਾਂ 'ਚ ਪੜ੍ਹਾਇਆ ਜਾ ਰਿਹਾ, ਗਲਤ ਪੜ੍ਹਾਇਆ ਜਾ ਰਿਹਾ। ਅੱਛਾ, ਹੁਣ ਨੰਗਾ ਤੇ ਨੰਨ੍ਹਾ ਵਿਰਲਾ ਵਿਰਲਾ ਹੋਵੇਗਾ ਜਿਹਨੂੰ ਬੋਲਣਾ ਆਉਂਦਾ। ਹੋਰ ਹੀ ਕੋਈ ਨਈਆਂ ਨਈਆਂ ਹੋਰ ਹੀ ਤਰ੍ਹਾਂ ਬੋਲੀ ਜਾਣਗੇ, ਕੋਈ ਪਤਾ ਹੀ ਨਹੀਂ ਲੱਗਦਾ ਕੀ ਬੋਲ ਰਹੇ ਹੈ। ਨੰਗਾ ਤੇ ਨਈਆਂ, ਇਹਨਾਂ ਦਾ ਉਚਾਰਨ, ਕਿਉਂਕਿ ਗੁਰੂ ਕੀ ਬਾਣੀ ਵਿੱਚ ਇਹਨਾਂ ਦੇ ਅੱਖਰ ਆਉਂਦੇ ਨੇ। ਗਿਆਨ ਧਿਆਨ ਸਭ ਕੋਈ ਰਵੈ, ਇਹ ਗੰਗੇ ਨਾਲ ਅੱਖਰ ਆਰੰਭ ਹੋ ਰਿਹਾ। ਗਿਆਨ ਧਿਆਨ, ਤੇ ਜਿਹਨੂੰ ਗੰਗਾ ਨਹੀਂ ਬੋਲਣਾ ਆਉਂਦਾ, ਜਾਂ ਤਾਂ ਉਹ ਸਿੱਧਾ ਗਿਆਨ ਹੀ ਬੋਲ ਜਾਵੇਗਾ, ਭਾਵੇਂ ਅੱਖਰ ਦਾ ਅਰਥ ਜਿਹੜਾ ਉਹ ਗਿਆਨ ਦਾ ਹੀ ਹੈ, ਪਰ ਸਤਿਗੁਰਾਂ ਨੇ ਗੰਗੇ ਨਾਲ ਲਿਖਿਆ, ਗੰਗੇ ਨਾਲ ਬੋਲਣਾ ਸਾਡਾ ਫਰਜ਼ ਬਣਦਾ ਹੈ। ਤੇ ਜਾਂ ਉਹ ਗੰਗੇ ਦੀ ਜਗ੍ਹਾ ਕੁਝ ਹੋਰ ਬੋਲ ਜਾਵੇਗਾ। ਨਿਆਨੋਂ ਬੋਲੇ ਆਪੇ ਸੂਝੈ, ਨੰਨੇ ਨਾਲ ਅੱਖਰ ਆਰੰਭ ਹੋ ਰਿਹਾ ਹੈ। ਜਿਹਨੂੰ ਨਹੀਂ ਨੰਨਾ ਬੋਲਣਾ ਆਉਂਦਾ ਕਿਵੇਂ ਸ਼ੁੱਧ ਉਚਾਰਨ ਕਰ ਸਕੇਗਾ? ਇਸ ਲਈ ਸਭ ਤੋਂ ਪਹਿਲਾਂ ਇਹਨਾਂ ਅੱਖਰਾਂ ਦੀ ਸ਼ੁੱਧਤਾ ਜ਼ਰੂਰੀ ਹੈ। ਬੜਾ ਇਹ ਇੱਕ ਡੂੰਘਾ ਵਿਸ਼ਾ ਹੈ, ਕਿਵੇਂ ਬੋਲਿਆ ਜਾਵੇ, ਕਿਵੇਂ ਪੜ੍ਹਿਆ ਜਾਵੇ। ਇੱਕ ਦੇਖੋ ਕਿੰਨੀ ਸੋਹਣੀ ਰਚਨਾ ਮਹਾਰਾਜ ਨੇ ਇਹ 35 ਅੱਖਰੀ ਦੀ ਸਾਨੂੰ ਬਖਸ਼ੀ ਹੈ। ਊੜਾ ਐੜਾ ਈੜੀ, ਇਹ ਖਾਸ ਤੌਰ ਤੇ ਤਿੰਨ ਜਿਹੜੇ ਨੇ ਮਾਤਰਿਕ ਅੱਖਰ ਮੰਨੇ ਜਾਂਦੇ ਨੇ। ਸਾਰੀਆਂ ਮਾਤਰਾ ਜਿੰਨੀਆਂ ਨੇ ਲਗਾ ਮਾਤਰਾ ਉਹ ਇਹਨਾਂ ਤੋਂ ਬਣ ਰਹੀਆਂ। ਸੋ ਹਰ ਪ੍ਰਕਾਰ ਦੀ ਲਗ ਮਾਤਰ, ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਮ ਦੁਲਾਮ, ਸਾਰੀਆਂ ਹੋੜਾ ਕਨੌੜਾ ਇਹਨਾਂ ਤਿੰਨਾਂ ਅੱਖਰਾਂ ਤੋਂ, ਊੜਾ ਐੜਾ ਈੜੀ ਤੋਂ ਬਣਦੀਆਂ ਨੇ। ਔਰ ਇਸ ਪ੍ਰਕਾਰ ਜਦੋਂ ਅਗਲੀ ਲਾਈਨ ਕੱਕੇ ਖੱਖੇ ਦੀ ਸ਼ੁਰੂ ਹੁੰਦੀ ਹੈ, ਹੁਣ ਆਪਾਂ ਕੱਕਾ ਖੱਖਾ ਇਹ ਸਾਰੇ ਅੱਖਰ ਬੋਲ ਕੇ ਵੇਖੀਏ, ਇਹ ਧੁਨੀ ਕਿੱਥੋਂ ਪੈਦਾ ਹੋ ਰਹੀ ਹੈ? ਇਹ ਸਾਡੇ ਗਲੇ ਵਿੱਚੋਂ, ਸਾਡੇ ਸੰਗ ਦੀ ਘੰਡੀ ਦੇ ਵਿੱਚੋਂ ਇੱਥੋਂ ਆਵਾਜ਼ ਪੈਦਾ ਹੋ ਰਹੀ ਹੈ। ਕੱਕਾ ਖੱਖਾ ਗੱਗਾ ਘੱਗਾ ਤੇ ਗੰਗਾ, ਜਿੱਥੋਂ ਆਪਾਂ ਕੱਕੇ ਦੀ ਆਵਾਜ਼ ਕੱਢ ਰਹੇ ਇੱਥੋਂ ਹੀ ਬੋਲਣ ਦਾ ਯਤਨ ਕਰਾਂਗੇ ਤਾਂ ਉਹ ਗੰਗਾ ਸਹੀ ਬੋਲਿਆ ਜਾਵੇਗਾ। ਹੁਣ ਇਹ ਲਾਈਨ ਪੂਰੀ ਹੋਈ, ਅੱਗੇ ਅਗਲਾ ਚਵਰਗ ਆ ਗਿਆ, ਚੱਚੇ ਵਾਲੀ ਲਾਈਨ। ਇਹ ਬੋਲਣ ਦਾ ਅਸਥਾਨ ਜਿਹੜਾ ਸੀ ਥੋੜਾ ਉੱਪਰ ਆ ਗਿਆ। ਪਹਿਲਾਂ ਕੱਕਾ ਖੱਖਾ ਧੁਰ ਗਲੇ ਦੇ ਵਿੱਚੋਂ ਸੀ, ਹੁਣ ਚੱਚਾ ਛੱਛਾ ਇੱਥੇ ਸਾਡੀ ਜ਼ੁਬਾਨ ਥੋੜੀ ਜਿਹੀ ਤਾਲੂ ਵਾਲੇ ਪਾਸੇ ਉੱਪਰ ਨੂੰ ਸਪਰਸ਼ ਕਰਦੀ ਹੈ। ਬੋਲ ਕੇ ਵੇਖੀਏ, ਚੱਚਾ ਛੱਛਾ ਜੱਜਾ ਝੱਜਾ ਨੰਨ੍ਹਾ, ਜ਼ੁਬਾਨ ਜਿਹੜੀ ਸੀ ਇਹ ਤਾਲੂ ਦੇ ਵਾਲੇ ਪਾਸੇ ਨੂੰ ਆ ਗਈ। ਸੋ ਇਸ ਪ੍ਰਕਾਰ ਜਿੱਥੋਂ ਚੱਚਾ ਛੱਛਾ ਜੱਜਾ ਝੱਜਾ ਚਾਰ ਅੱਖਰਾਂ ਦੀ ਆਵਾਜ਼ ਨਿਕਲੀ ਹੈ, ਉੱਥੇ ਹੀ ਜ਼ੁਬਾਨ ਰੱਖ ਕੇ ਜਦੋਂ ਆਪਾਂ ਨੰਨ੍ਹਾਂ ਦਾ ਉਚਾਰਨ ਕਰਨ ਦਾ ਯਤਨ ਕਰਾਂਗੇ ਤਾਂ ਉਚਾਰਨ ਸਹੀ ਹੋਵੇਗਾ, ਨਹੀਂ ਤਾਂ ਨਹੀਂ ਹੋਵੇਗਾ। ਫਿਰ ਦੇਖੋ ਅਗਲੀ ਜਿਹੜੀ ਲਾਈਨ, ਟੈਂਕਾ ਠੱਠਾ ਡੱਡਾ ਢੱਡਾ ਨਾਣਾ, ਇਹ ਜਿਹੜੀ ਲਾਈਨ ਸੀ ਇਹ ਤਾਲੂ ਤੋਂ ਜ਼ੁਬਾਨ ਥੋੜੀ ਹੇਠਾਂ ਆ ਗਈ, ਦੰਦਾਂ ਤੋਂ ਬੁੱਟਾਂ ਤੋਂ ਉੱਪਰ ਤੇ ਤਾਲੂ ਤੋਂ ਹੇਠਾਂ ਠਾਂ ਨੂੰ ਆ ਗਈ ਨਾ। ਤੱਤਾ ਥੱਥਾ ਦੱਦਾ ਧੱਦਾ ਨੰਨਾ, ਇਹ ਹੁਣ ਸਾਡੀ ਜ਼ੁਬਾਨ ਦੰਦਾਂ ਦੇ ਵਿੱਚ ਬਾਹਰ ਨੂੰ ਆ ਗਈ। ਤੇ ਪੱਪਾ ਫੱਫਾ ਬੱਬਾ ਭੱਬਾ ਮੰਮਾ ਇੱਥੇ ਸਾਡੇ ਬੁੱਲ ਜੁੜਨ ਲੱਗ ਪਏ। ਗਲੇ ਤੋਂ ਆਰੰਭ ਹੋ ਕੇ ਤੇ ਬਾਹਰ ਤੱਕ ਇਹ ਅੱਖਰਾਂ ਦੀਆਂ ਜਿਹੜੀਆਂ ਲਾਈਨਾਂ ਨੇ ਤੁਰੀਆਂ ਆਉਂਦੀਆਂ। ਇਉਂ ਇਹਨਾਂ ਦੇ ਬੋਲਣ ਦਾ ਇਹ ਜਿਹੜਾ ਅਸਥਾਨ ਹੈ, ਜਦੋਂ ਉਸ ਅਸਥਾਨ ਤੋਂ ਬੋਲਾਂਗੇ ਤੇ ਇਹ ਅੱਖਰਾਂ ਦੇ ਜਿਹੜੇ ਉਚਾਰਨ ਨੇ ਸ਼ੁੱਧ ਹੋਣਗੇ। ਤੇ ਜਦੋਂ ਅੱਖਰਾਂ ਦਾ ਉਚਾਰਨ ਕਰਨਾ ਸਹੀ ਆ ਜਾਵੇ, ਉਸ ਤੋਂ ਬਾਅਦ ਫਿਰ ਮੁਹਾਰਨੀ ਪੜ੍ਹੀ ਜਾਣੀ ਬੜੀ ਲਾਜ਼ਮੀ ਹੈ, ਬੜੀ ਜ਼ਰੂਰੀ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ, ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਸਾਂ, ਉਦੋਂ ਸ਼ੁੱਧ ਰੂਪ ਵਿੱਚ ਇਹ ਭਾਸ਼ਾ ਪੜ੍ਹਾਈ ਜਾਂਦੀ ਸੀ। ਮੁਹਾਰਨੀ ਪੜ੍ਹਾਉਂਦੇ ਸਨ ਸਕੂਲਾਂ 'ਚ। ਅੱਜ ਕੱਲ੍ਹ ਤਾਂ ਰਿਵਾਜ ਹੀ ਖਤਮ ਹੋ ਗਿਆ। ਮੁਹਾਰਨੀ ਕੀ ਹੈ ਕਿ ਅੱਖਰਾਂ ਦਾ ਲਗਾ ਮਾਤਰਾ ਦੇ ਨਾਲ ਉਚਾਰਨ ਕਰਨਾ।
ਕਿ ਅੱਖਰ ਨੂੰ ਕੰਨਾਂ ਲੱਗੇ ਕਿਵੇਂ ਉਚਾਰਨ ਕਰਨਾ ਹੈ, ਸਿਹਾਰੀ ਲੱਗੇ ਤੋਂ ਕਿਵੇਂ ਹੈ, ਬਿਹਾਰੀ ਲੱਗੇ ਤੋਂ ਕਿਵੇਂ ਹੈ। ਇਹ ਸਾਰੀ ਸਿੱਖਿਆ ਸਾਨੂੰ ਮੁਹਾਰਨੀ ਵਿੱਚੋਂ ਮਿਲਣੀ ਹੈ। ਲਓ, ਜੇ ਬੱਚਾ, ਜੇ ਵਿਦਿਆਰਥੀ ਮੁਹਾਰਨੀ ਚੰਗੇ ਤਰੀਕੇ ਪੜ੍ਹ ਜਾਵੇ ਤੇ ਪਕਾ ਲਵੇ ਨਾ, ਤੇ ਗੁਰਬਾਣੀ ਦਾ ਉਚਾਰਨ ਸਮਝੋ ਕਿ ਅੱਧਾ ਜਿਹੜਾ ਸੀ ਅੱਧਿਓਂ ਵੱਧ ਸਹੀ ਹੋ ਗਿਆ। ਆਮ ਤੌਰ ਤੇ ਆਪਾਂ ਵੇਖਦੇ ਹਾਂ ਦੁਲਾਵਾਂ ਵਾਲੇ ਜਿਹੜੇ ਅੱਖਰ ਗੁਰੂ ਕੀ ਬਾਣੀ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਆਮ ਤੌਰ ਤੇ ਉਚਾਰਨ ਲਾਵਾਂ ਦੇ ਨਾਲ ਹੀ ਕੀਤਾ ਜਾਂਦਾ ਹੈ। ਪਾਠ ਹੈ ਕਰੈ ਤੇ ਪਾਠੀ ਪੜ੍ਹੀ ਜਾਂਦੇ ਨੇ ਕਰੇ, ਪਾਠ ਹੈ ਦੇਖੈ, ਪਾਠੀ ਪੜ੍ਹੀ ਜਾਂਦੇ ਨੇ ਦੇਖੇ। ਇੱਥੇ ਵੀ ਅਰਥਾਂ ਵਿੱਚ ਫਰਕ ਪੈਂਦਾ ਜੇ, ਬਹੁਤ ਫਰਕ ਪੈਂਦਾ ਹੈ। ਆਪਾਂ ਜਾਣਦੇ ਹਾਂ ਸਤਿਗੁਰੂ ਮਹਾਰਾਜ ਦੀ ਸਾਖੀ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ। ਉਹ ਕੈ ਦੀ ਜਗ੍ਹਾ ਸਿੰਘ ਨੇ ਕੇ ਪੜ੍ਹ ਦਿੱਤਾ ਸੀ ਤਾਂ ਸਤਿਗੁਰਾਂ ਨੇ ਮਾਰ ਪਵਾਈ ਸੀ ਤੇ ਨਾਲ ਬਚਨ ਕੀਤਾ ਕਿ ਸਾਡੇ ਅੰਗ ਗਲਤ, ਇਹ ਬਾਣੀ ਗਲਤ ਪੜ੍ਹ ਕੇ ਸਾਡੇ ਅੰਗ ਤੋੜਦਾ ਹੈ। ਕੈ ਦਾ ਅਰਥ ਜਾਂ, ਕੱਕੇ ਦੁਲਾਵਾਂ ਕੈ ਇਹਦਾ ਅਰਥ ਹੈ ਜਾਂ, ਤੇ ਕੱਕੇ ਲਾਮ ਕੇ ਇਹਦਾ ਅਰਥ ਹੈ ਕੀ। ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ। ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਮਿੱਤ ਮਰਜ਼ਾਦਾ ਪਰਮਾਤਮਾ ਦੀ ਵਡਿਆਈ ਨੂੰ ਉਹ ਕਰਤਾ ਵਾਹਿਗੁਰੂ ਆਪ ਜਾਣਦਾ, ਤੇ ਜਾਂ ਉਸ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰੂ ਸੂਰਮੇ ਸੱਚੇ ਪਾਤਸ਼ਾਹ ਜੀ ਜਾਣਦੇ ਨੇ। ਤੇ ਜੇ ਹੁਣ ਪੜਿਆ ਜਾਵੇ ਕੀ ਜਾਣੈ, ਜਿਹੜੀ ਗਲਤੀ ਉਹ ਸਿੰਘ ਕਰ ਗਿਆ ਸੀ, ਅਰਥ ਬਣ ਜਾਏਗਾ ਕਿ ਕਰਤੇ ਕੀ ਵਡਿਆਈ ਕਰਤਾ ਪਰਮਾਤਮਾ ਹੀ ਜਾਣਦਾ, ਗੁਰੂ ਕੀ ਜਾਣਦਾ। ਤੇ ਕੀ ਜਾਣਦਾ ਜਦੋਂ ਕਹੀਏ ਤਾਂ ਇਹਦਾ ਮਤਲਬ ਕਿ ਕੁਝ ਵੀ ਨਹੀਂ ਜਾਣਦਾ। ਕਿੱਡੀ ਵੱਡੀ ਬੇਅਦਬੀ ਹੋ ਗਈ, ਕਿੱਡਾ ਵੱਡਾ ਗਲਤ ਅਰਥ ਹੋ ਗਿਆ। ਜੇ ਆਪਾਂ ਨੂੰ ਮੁਹਾਰਨੀ ਆਉਂਦੀ ਹੋਵੇ, ਜੇ ਆਪਾਂ ਪੜ੍ਹੀ ਹੋਵੇ, ਜੇ ਪਕਾਈ ਹੋਵੇ, ਜੇ ਯਾਦ ਕੀਤੀ ਹੋਵੇ, ਸਾਨੂੰ ਪਤਾ ਹੋਵੇਗਾ ਕਿ ਕੱਕੇ ਲਾਮ ਕੇ ਤੇ ਕੱਕੇ ਦੁਲਾਵਾਂ ਕੈ, ਫਿਰ ਗਲਤ ਉਚਾਰਨ ਨਹੀਂ ਹੋਵੇਗਾ, ਉਚਾਰਨ ਆਪਣੇ ਆਪ ਹੀ ਸਹੀ ਹੋਵੇਗਾ। ਤੇ ਉਸ ਤੋਂ ਉਪਰੰਤ ਅਗਲੀ ਗੱਲ ਜਿਹੜੀ ਹੈ ਉਹ ਵਿਸਰਾਮਾਂ ਦੀ ਰਹਿ ਜਾਵੇਗੀ ਕਿ ਪੰਗਤੀਆਂ ਦੇ ਵਿਸਰਾਮ ਕਿਵੇਂ ਕਿਵੇਂ ਲੱਗਣੇ ਨੇ, ਕਿੱਥੇ ਕਿੱਥੇ ਲੱਗਣੇ ਨੇ। ਉਹ ਸੰਥਿਆ ਕਰਨ ਤੋਂ ਪਤਾ ਲੱਗਣਾ ਹੈ, ਗੁਰਮੁਖਾਂ ਪਿਆਰਿਆਂ ਤੋਂ ਸੰਥਿਆ ਕਰਕੇ ਇਸ ਪੱਖ ਤੇ ਆਪਾਂ ਮਹਾਰਤ ਹਾਸਲ ਕਰ ਸਕਦੇ ਹਾਂ। ਸੰਥਿਆ ਕਰਨੀ ਵੀ ਬੜੀ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਬੜਾ ਪਿੱਛੇ ਜੇ ਪ੍ਰਚਾਰ ਕੀਤਾ ਗਿਆ ਕਿ ਪਾਠ ਕਰੋ ਜੀ, ਜਿਵੇਂ ਹੁੰਦਾ ਕਰੀ ਜਾਓ। ਅਖੇ ਜੀ ਇਹ ਸੰਥਿਆ ਵਾਲੀ ਗੱਲ ਸਾਧਾਂ ਨੇ ਬਣਾ ਦਿੱਤੀ ਕਿ ਲੋਕ ਬਾਣੀ ਨਾ ਪੜ੍ਹਨ ਤੇ ਗਿਆਨ ਨਾ ਹੋਵੇ। ਅੱਜ ਜਿਹੜੇ ਥਾਵਾਂ ਥਾਵਾਂ ਤੇ ਸਾਧ ਸੰਗਤ ਜੀ ਵਿਦਿਆਲੇ ਬਣੇ, ਭਾਵੇਂ ਪ੍ਰਾਤਨ ਸਮਿਆਂ ਵਿੱਚ ਉਹ ਸੰਪਰਦਾਵਾਂ ਦੇ ਅਸਥਾਨ ਸਨ, ਭਾਵੇਂ ਅਜੋਕੇ ਸਮੇਂ ਵਿੱਚ ਹੋਰ ਅਜੋਕੇ ਤਰੀਕੇ ਨਾਲ ਗੁਰੂ ਕੀ ਬਾਣੀ ਪੜ੍ਹਨ ਦੇ ਵਿਦਿਆਲੇ ਚੱਲ ਪਏ, ਸੋ ਕੀ ਉਹ ਇਸ ਵਾਸਤੇ ਬਣੇ ਕਿ ਲੋਕ ਬਾਣੀ ਨਾ ਪੜ੍ਹ ਸਕਣ? ਇਸ ਵਾਸਤੇ ਸਥਾਪਿਤ ਕੀਤੇ ਗਏ ਨਾ ਕਿ ਬਾਣੀ ਪੜ੍ਹਨੀ ਆਵੇ ਤੇ ਬਾਣੀ ਦਾ ਉਚਾਰਨ ਜਿਹੜਾ ਸਹੀ ਹੋ ਸਕੇ, ਸ਼ੁੱਧ ਹੋ ਸਕੇ। ਸੰਥਿਆ ਕਰਨੀ ਬੜੀ ਲਾਜ਼ਮੀ, ਬੜੀ ਜ਼ਰੂਰੀ। ਜਿੰਨਾ ਚਿਰ ਸੰਥਿਆ ਨਾ ਕਰਾਂਗੇ, ਗੁਰੂ ਕੀ ਬਾਣੀ ਦਾ ਉਚਾਰਨ ਜਿਹੜਾ ਉਹ ਆਪਾਂ ਸਹੀ ਨਹੀਂ ਕਰ ਸਕਾਂਗੇ। ਇਸ ਲਈ ਯੋਗ ਪ੍ਰਬੰਧ ਥਾਂ ਪੁਰ ਥਾਂ ਕੀਤੇ ਜਾਣੇ ਚਾਹੀਦੇ ਨੇ ਕਿ ਗੁਰੂ ਕੀ ਬਾਣੀ ਦੀ ਸੰਥਿਆ ਕੀਤੀ ਜਾਵੇ। ਅੱਖਰਾਂ ਦੀ ਗੱਲ ਕਰ ਰਿਹਾ ਸਾਂ, ਇੱਕ ਬਚਨ ਥੋੜਾ ਹੋਰ ਵੀ ਚੇਤੇ ਆਇਆ। ਨਾਣਾ ਤੇ ਨੰਨਾ, ਇਹਨਾਂ ਅੱਖਰਾਂ ਦਾ ਜਿਹੜਾ ਫਰਕ ਸੀ ਨਾ, ਇਹ ਅੱਜ ਆਪਾਂ ਨੂੰ ਭੁੱਲ ਹੀ ਗਿਆ। ਅੱਜ ਨੰਨੇ ਦੀ ਜਗ੍ਹਾ ਤੇ ਨਾਣੇ ਅੱਖਰ ਦਾ ਹੀ ਉਚਾਰਨ ਕੀਤਾ ਜਾ ਰਿਹਾ ਹੈ। ਸ਼ਬਦ ਹੈ, ਅੱਖਰ ਹੈ ਨਾਨਕ, ਜੋ ਸਤਿਗੁਰੂ ਗਰੀਬ ਨਿਵਾਜ ਜੀ ਦਾ ਨਾਮ ਹੈ। ਤੇ ਅੱਜ ਕੱਲ ਸਾਡੇ ਪਾਠੀ ਤਾਂ ਕੀ, ਕਈ ਸਾਡੇ ਕਥਾਵਾਚਕ ਵੀ ਬੋਲ ਰਹੇ ਨੇ ਨਾਨਕ, ਪਹਿਲਾਂ ਬੋਲਤਾ ਨੰਨਾ ਤੇ ਅੱਗੇ ਬੋਲਤਾ ਨਾਣਾ, ਉਹ ਬਣ ਗਿਆ ਨਾਨਕ। ਇਹੋ ਜਿਹਾ ਉਚਾਰਨ ਕੀਤਾ ਜਾ ਰਿਹਾ ਹੈ। ਕੱਕਾ ਰਾਰਾ ਨੰਨੇ ਨੰਨੇ ਨੂੰ ਕੰਨਾ ਕਰਨਾ, ਉਹਨੂੰ ਬੋਲਿਆ ਜਾ ਰਿਹਾ ਕਰਨਾ। ਭਾਵੇਂ ਕਿ ਕੋਈ ਅਰਥਾਂ ਵਿੱਚ ਬਹੁਤਾ ਫਰਕ ਨਹੀਂ ਪੈਣਾ, ਪਰ ਸਾਨੂੰ ਹੱਕ ਕੀ ਹੈ ਕਿ ਜਿੱਥੇ ਮਹਾਰਾਜ ਨੇ ਨੰਨਾ ਸ਼ਬਦ ਲਿਖਿਆ ਹੈ, ਅਸੀਂ ਅਗਿਆਨਤਾ ਦੇ ਵਸ ਉਹਦਾ ਉਚਾਰਨ ਨਾਣਾ ਕਰਦੇ ਜਾਈਏ। ਇਹ ਨੰਨੇ ਤੇ ਨਾਣੇ ਦਾ ਜਿਹੜਾ ਭੇਦ ਹੈ ਨਾ, ਇਹ ਵੀ ਸਾਨੂੰ ਕਿਸੇ ਯੋਗ ਗੁਰਮੁਖ ਪਿਆਰੇ ਕੋਲੋਂ ਅੱਖਰਾਂ ਦਾ ਉਚਾਰਨ ਸਿੱਖਣ ਤੋਂ ਹੀ ਪਤਾ ਲੱਗਣਾ ਹੈ। ਤੇ ਇਸ ਪਾਸੇ ਵੀ ਸਾਡਾ ਖਿਆਲ ਜਿਹੜਾ ਇਹ ਹੋਣਾ ਚਾਹੀਦਾ ਹੈ। ਇੱਕ ਆਮ ਜਿਹੀ ਗੱਲ ਆਪਾਂ ਕਰ ਲਈਏ, ਇੱਕ ਗੱਲ ਗੁਰਬਾਣੀ ਪੜ੍ਹਨ ਵਿੱਚ ਲਹਿਜ਼ੇ ਦੀ ਵੀ ਆਉਂਦੀ ਹੈ। ਕਿਸ ਅੱਖਰ ਤੇ ਜ਼ੋਰ ਦੇਣਾ ਤੇ ਕਿਸ ਲਹਿਜ਼ੇ ਵਿੱਚ ਉਸ ਨੂੰ ਪੜ੍ਹਨਾ ਹੈ, ਕਿਸ ਟੋਨ ਦੇ ਵਿੱਚ ਪੜ੍ਹਨਾ ਹੈ, ਉਸ ਚੀਜ਼ ਨੇ ਵੀ ਫਰਕ ਪਾਉਣਾ ਹੁੰਦਾ ਸਾਧ ਸੰਗਤ ਜੀ ਅਰਥਾਂ ਦੇ ਵਿੱਚ। ਦੁਨਿਆਵੀ ਤੌਰ ਤੇ ਇੱਕ ਗੱਲ ਕਰ ਲਈਏ ਆਪਾਂ, ਜਦੋਂ ਤਕਰੀਬਨ 2015 ਵਿੱਚ ਪਟਿਆਲੇ ਪਾਠ ਬੋਧ ਸਮਾਗਮ ਹੋਇਆ, ਸੋ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਵੀ, ਹੋਰ ਵੀ ਮਹਾਤਮਾ ਮਹਾਂਪੁਰਖ ਵਿਦਵਾਨ ਦਾਸ ਦੀ ਵੀ ਸੇਵਾ ਸੀ। ਤੇ ਇੱਕ ਉਦਾਸੀ ਸੰਪਰਦਾ ਦੇ ਮਹਾਂਪੁਰਖ ਸਨ ਬਾਬਾ ਪੰਚਮ ਪ੍ਰਕਾਸ਼ ਜੀ, ਵਿਦਵਾਨ ਸੀ ਬੜੇ ਤਗੜੇ ਉਹ।
ਤੋ ਉਹਨਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਕੁਝ ਆਪਣੀ ਵਿਦਿਆ ਦੇ ਇਸ ਖਜ਼ਾਨੇ ਵਿੱਚੋਂ ਕੁਝ ਸਾਨੂੰ ਦਿਓ, ਕੁਝ ਸੰਗਤਾਂ ਨਾਲ ਬਚਨ ਸਾਂਝੇ ਕਰੋ। ਉਹਨਾਂ ਨੇ ਇਹ ਬਚਨ ਸਾਂਝਾ ਕੀਤਾ ਸੀ ਸਟੇਜ ਤੇ। ਕਹਿੰਦੇ ਦੇਖੋ ਜਿਹੜੀ ਕੋਈ ਗੱਲ ਹੈ ਨਾ, ਉਹ ਗੱਲ ਕਰਨ ਦਾ ਲਹਿਜ਼ਾ ਜਿਹੜਾ ਹੈ ਉਹ ਗੱਲ ਦੇ ਅਰਥ ਬਦਲ ਦਿੰਦਾ ਹੈ। ਤੇ ਉਹਨਾਂ ਨੇ ਜਿਹੜੀ ਇੱਕ ਉਦਾਹਰਣ ਦਿੱਤੀ, ਕਹਿੰਦੇ ਲਓ ਇੱਕ ਸਿੱਧੀ ਜੀ ਗੱਲ ਹੈ, ਇੱਕ ਬੰਦਾ ਦੂਜੇ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਜਾਣਦਾ। ਹੁਣ ਅਰਥ ਤਾਂ ਆਪਾਂ ਨੂੰ ਪਤਾ ਹੀ ਨਾ ਜਦ ਮਤਲਬ ਕੀ ਬਣਦਾ ਕਿ ਮੈਂ ਤੈਨੂੰ ਜਾਣਦਾ। ਹੁਣ ਕਹਿੰਦੇ ਕਿ ਇਹੋ ਹੀ ਤਿੰਨੇ ਅੱਖਰ ਨੇ, ਇਹਨਾਂ ਨੂੰ ਥੋੜਾ ਲਹਿਜਾ ਬਦਲ ਕੇ ਬੋਲ ਦਈਏ, ਮੈਂ ਤੈਨੂੰ ਜਾਣਦਾ। ਹੁਣ ਅਰਥ ਬਦਲ ਗਿਆ ਨਾ, ਅੱਖਰ ਤਾਂ ਉਹੀ ਨੇ, ਅੱਖਰਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ। ਪਹਿਲਾਂ ਕਿਹਾ ਕਿ ਮੈਂ ਤੈਨੂੰ ਜਾਣਦਾ, ਲਹਿਜਾ ਬਦਲ ਗਿਆ ਕਿ ਮੈਂ ਤੈਨੂੰ ਜਾਣਦਾ। ਹੁਣ ਇਹਦਾ ਅਰਥ ਹੋਰ ਹੋ ਗਿਆ ਕਿ ਕੀ ਆਪਣੀ ਜਾਣ ਪਛਾਣ ਹੈਗੀ ਹੈ। ਤੇ ਕਹਿੰਦੇ ਇੱਕ ਤੀਜਾ ਲਹਿਜਾ ਹੋਰ ਵੀ ਹੈ, ਉਹ ਕੀ, ਮੈਂ ਤੈਨੂੰ ਜਾਣਦਾ। ਹੁਣ ਇਹ ਗੱਲ ਦਾ ਅਰਥ ਬਦਲ ਗਿਆ ਨਾ, ਤੇ ਜਾਣਦਾ ਤੂੰ ਜਿਹੋ ਜਿਹਾ ਹੈਗਾ, ਮੈਨੂੰ ਤੇਰੇ ਬਾਰੇ ਕੋਈ ਬਹੁਤਾ ਭੁਲੇਖਾ ਨਹੀਂ ਹੈਗਾ। ਸੋ ਇਹ ਲਹਿਜ਼ਾ ਵੀ ਅਰਥ ਬਦਲ ਦਿੰਦਾ ਹੈ। ਕਿਹੜੀ ਗੱਲ ਤੇ ਜ਼ੋਰ ਦੇਣਾ ਤੇ ਕਿਹੜੀ ਗੱਲ ਨੂੰ ਸਧਾਰਨ ਤਰੀਕੇ ਨਾਲ ਬੋਲਣਾ ਹੈ। ਇੱਕ ਜਗ੍ਹਾ ਕੀ ਹੋਇਆ, ਗੁਰਮਤਿ ਸਮਾਗਮ ਦੀ ਸਮਾਪਤੀ ਹੋਈ ਸੀ ਤੇ ਬੈਠੇ ਸਾਂ, ਆਮ ਹੀ ਸੰਗਤਾਂ ਜਿਹੜੀਆਂ ਸੀ ਵਾਪਸ ਜਾ ਰਹੀਆਂ ਸੀ, ਤੇ ਕੋਈ ਗੁਰਮੁਖ ਪਿਆਰਾ ਸਪੀਕਰ ਦੇ ਵਿੱਚ ਬੋਲ ਰਿਹਾ, ਕਹਿੰਦਾ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹਾਂਜੀ, ਹੁਣ ਇਹਦਾ ਅਰਥ ਕੀ ਬਣਿਆ? ਹੁਣ ਜ਼ੋਰ ਚਾਹੀਦਾ ਕਿ ਸਾਰੀਆਂ ਸੰਗਤਾਂ ਨੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ, ਫੇਰ ਤਾਂ ਅਰਥ ਸਹੀ ਬਣਦਾ ਸੀ ਨਾ। ਤੇ ਉਹ ਕਹਿੰਦਾ ਸਾਰੀਆਂ ਸੰਗਤਾਂ ਨੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅੱਖਰ ਤਾਂ ਉਹੀ ਨੇ, ਪਰ ਕਿਹੜੇ ਲਫ਼ਜ਼ ਤੇ ਜ਼ੋਰ ਦਿੱਤਾ ਗਿਆ, ਉਸ ਜ਼ੋਰ ਦਿੱਤੇ ਹੋਏ ਨੇ, ਉਸ ਲਹਿਜੇ ਨੇ ਉਹ ਜਿਹੜਾ ਅਰਥ ਸੀ ਬਦਲ ਕੇ ਰੱਖ ਦਿੱਤਾ। ਗੁਰੂ ਕੀ ਬਾਣੀ ਵਿੱਚ ਵੀ ਬੇਅੰਤ ਪੰਕਤੀਆਂ ਐਸੀਆਂ, ਬੇਅੰਤ ਪੰਕਤੀਆਂ ਐਸੀਆਂ, ਕਿੱਥੇ ਜ਼ੋਰ ਦੇਣਾ ਤੇ ਕਿੱਥੇ ਸਧਾਰਨ ਤਰੀਕੇ ਨਾਲ ਬੋਲਣਾ ਹੈ। ਇੱਥੇ ਵੀ ਅਰਥ ਇਸ ਪ੍ਰਕਾਰ ਬਦਲਦੇ ਨੇ। ਕੱਕਾ ਰਾਰਾ ਤੱਤੇ ਕੰਨਾ ਕਰਤਾ, ਕਰਤਾ ਤੂੰ ਸਭਨਾ ਕਾ ਸੋਈ। ਇਹ ਹੁਣ ਕਰਤਾ ਜਿਹੜਾ ਪ੍ਰਮਾਤਮਾ ਦਾ ਵਾਚਕ ਹੈ ਨਾ, ਇਹ ਕਰਤਾ ਸਾਰਿਆਂ ਨੂੰ ਕਰਨ ਹਾਰੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮ ਪਿਤਾ ਪਰਮਾਤਮਾ ਜੀ, ਤੂੰ ਸਾਰਿਆਂ ਦਾ ਮਾਲਕ ਹੈ, ਤੂੰ ਕਰਤਾ ਹੈ, ਤੂੰ ਹੀ ਸਾਰਿਆਂ ਦਾ ਮਾਲਕ ਹੈ। ਤੇ ਗੁਰਬਾਣੀ ਦੇ ਵਿੱਚ ਹੋਰ ਵੀ ਅੱਖਰ ਕੱਕਾ ਰਾਰਾ ਤੱਤੇ ਕੰਨਾ ਥਾਂ ਥਾਂ ਤੇ ਐਸੇ ਆਉਣਗੇ। ਜਬ ਕਛ ਨਾ ਸੀਓ ਤਾਬ ਕਿਆ ਕਰਤਾ, ਇੱਥੇ ਕਰਤਾ ਨਹੀਂ, ਇੱਥੇ ਕਰਤਾ। ਕਰਤਾ ਬੋਲਾਂਗੇ ਉਹਦਾ ਅੱਖਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਕਰਤਾ ਬੋਲਾਂਗੇ ਥੋੜਾ ਜਿਹਾ ਕੱਕੇ ਨੂੰ ਖੋਲ ਕੇ, ਉਹਦਾ ਅਰਥ ਬਣੇਗਾ ਕਰਦਾ, ਕਰ ਰਿਹਾ। ਸੋ ਇਉਂ ਬੋਲਣ ਦਾ ਜਿਹੜਾ ਲਹਿਜ਼ਾ ਹੈ ਇਹ ਵੀ ਅਰਥ ਬਦਲ ਦਿੰਦਾ ਹੈ। ਤੇ ਇਹ ਸਾਰਾ ਜਿਹੜਾ ਸਾਧ ਸੰਗਤ ਜੀ ਗਿਆਨ ਹੈ, ਇਹ ਸਾਨੂੰ ਸੰਥਿਆ ਕਰਨ ਦੇ ਵਿੱਚੋਂ ਪ੍ਰਾਪਤ ਹੋਣਾ ਹੈ। ਸੋ ਕਰਤੇ ਕੁਦਰਤੀ ਮੁਸਤਾਕ, ਕਰਤੇ ਇੱਥੇ ਕਰਤਾ ਪ੍ਰਮਾਤਮਾ ਨੂੰ ਕਿਹਾ। ਸੰਤ ਜਨਾਂ ਕੀ ਨਿੰਦਾ ਕਰਤੇ, ਇੱਥੇ ਹੁਣ ਕਰਤੇ ਨਹੀਂ, ਸੰਤ ਜਨਾਂ ਕੀ ਨਿੰਦਾ ਕਰਤੇ ਨਹੀਂ, ਸੰਤ ਜਨਾਂ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ। ਜੋ ਨਾਮ ਅਭਿਆਸੀਆਂ ਦੀ ਸੰਤ ਜਨਾਂ ਦੀ ਨਿੰਦਾ ਕਰਦੇ ਨੇ, ਉਹ ਅਗਿਆਨ ਵਿੱਚ ਡੁੱਬੇ ਹੋਏ ਨੇ। ਅਗਿਆਨੀ ਜੀਵ ਸੰਸਾਰ ਸਾਗਰ ਵਿੱਚ ਡੁੱਬ ਜਾਂਦੇ ਨੇ। ਕਰਤੇ ਤੇ ਕਰਤੇ ਅਰਥਾਂ ਦਾ ਫਰਕ ਹੈ। ਇਹ ਜਿਹੜਾ ਪਤਾ ਹੈ ਸਾਨੂੰ ਸੰਥਿਆ ਦੇ ਵਿੱਚੋਂ ਮਿਲਣਾ ਹੈ, ਇਸ ਲਈ ਸੰਥਿਆ ਕਰਨੀ ਲਾਜ਼ਮੀ। ਗੁਰੂ ਕੀ ਬਾਣੀ ਨਾਲ ਦਿਲੋਂ ਪ੍ਰੇਮ ਕਰਾਂਗੇ ਤਾਂ ਸਾਡੇ ਮਨ ਵਿੱਚ ਇਹ ਭਾਵਨਾ ਬਣੇਗੀ ਕਿ ਸੰਥਿਆ ਕੀਤੀ ਜਾਵੇ ਤੇ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦਾ ਯਤਨ ਕੀਤਾ ਜਾਵੇ। ਜੇ ਮਨ ਵਿੱਚ ਭਾਵਨਾ ਨਹੀਂ, ਜੇ ਮਨ ਵਿੱਚ ਪ੍ਰੇਮ ਨਹੀਂ, ਤਾਂ ਫਿਰ ਤਾਂ ਜਿਵੇਂ ਚੱਲਦਾ ਚੱਲਦੀ ਜਾਂਦਾ, ਕੇਵਲ ਸਾਡੀ ਉਪਜੀਵਕਾ ਦਾ ਸਾਧਨ। ਪਰ ਕਲਗੀਧਰ ਪਿਤਾ ਜੀ ਦਾ ਉਹ ਬਚਨ ਚੇਤੇ ਰੱਖੀਏ ਕਿ ਜੇ ਗੁਰੂ ਕੀ ਬਾਣੀ ਪੜ੍ਹਨ ਲੱਗਿਆ ਮਨ ਵਿੱਚ ਸ਼ਰਧਾ ਭਾਵਨਾ ਨਹੀਂ, ਜੇ ਅਗਿਆਨਤਾ ਦੇ ਵਾਸਤੇ, ਅਣਗਹਿਲੀ ਦੇ ਵਾਸਤੇ ਸੰਗਤ ਜੀ ਜੇ ਗਲਤੀ ਹੈ ਤਾਂ ਉਹ ਇੱਕ ਗੁਨਾਹ ਹੈ। ਮਹਾਰਾਜ ਕਹਿੰਦੇ ਗੁਰਬਾਣੀ ਸਾਡੇ ਅੰਗ ਨੇ ਤੇ ਗਲਤ ਪੜ੍ਹਨਾ ਸਾਡੇ ਅੰਗ ਤੋੜਨ ਦੇ ਤੁਲ ਹੈ। ਇਸ ਲਈ ਜੋ ਸਤਿਗੁਰੂ ਗਰੀਬ ਨਵਾਜ ਜੀ ਦੀ ਸਿੱਖਿਆ ਹੈ ਉਹਦੇ ਮੁਤਾਬਕ ਆਪਾਂ ਭਾਵਨਾ ਆਪਣੇ ਮਨ ਵਿੱਚ ਜ਼ਰੂਰ ਰੱਖੀਏ। ਗੁਰੂ ਪ੍ਰਤੀ ਪ੍ਰੇਮ, ਗੁਰੂ ਕੀ ਬਾਣੀ ਪ੍ਰਤੀ ਪ੍ਰੇਮ, ਸ਼ਰਧਾ ਭਾਵਨਾ, ਨਿਸ਼ਚਾ ਪਾਠੀ ਸਿੰਘਾਂ ਦਾ ਵੀ ਇਹ ਜ਼ਰੂਰੀ ਤੌਰ ਤੇ ਫਰਜ਼ ਬਣ ਆਉਂਦਾ ਹੈ। ਠੀਕ ਹੈ, ਸਾਡੀ ਉਪਜੀਵਕਾ ਜਿਹੜੀ ਹੈ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਲਾ ਕੇ ਚੱਲ ਰਹੀ ਹੈ, ਸਹਿਜ ਪਾਠ ਕਰਕੇ ਚੱਲ ਰਹੀ ਹੈ, ਪਰ ਇਹਨੂੰ ਕੇਵਲ ਉਪਜੀਵਕਾ ਦਾ ਸਾਧਨ ਬਣਾ ਕੇ ਨਾ ਰੱਖੀਏ। ਕੇਵਲ ਤੇ ਕੇਵਲ ਆਪਾਂ ਇਹੋ ਨਾ ਰੱਖੀਏ ਕਿ ਰੌਲ ਲਾਉਣੀ ਹੈ ਤੇ ਮਾਇਆ ਮਿਲ ਜਾਣੀ ਹੈ। ਨਹੀਂ, ਮਨ ਵਿੱਚ ਭਾਵਨਾ ਵੀ ਰੱਖੀਏ।
ਭਾਵਨਾ ਰੱਖਾਂਗੇ, ਪ੍ਰੇਮ ਰੱਖਾਂਗੇ, ਸ਼ਰਧਾ ਰੱਖਾਂਗੇ ਤਾਂ ਗੁਰੂ ਮਹਾਰਾਜ ਜੀ ਦੀ ਖੁਸ਼ੀ ਸਾਨੂੰ ਮਿਲੇਗੀ। ਜਿਹੜੀ ਉਪਜੀਵਕਾ ਚਲਾਉਣ ਵਾਸਤੇ ਮਾਇਆ ਮਿਲਣੀ ਉਹ ਤਾਂ ਮਿਲਣੀ ਹੀ ਮਿਲਣੀ ਹੈ, ਪਰ ਜੇ ਭਾਵਨਾ ਰੱਖ ਕੇ ਸ਼ਰਧਾ ਪ੍ਰੇਮ ਦੇ ਨਾਲ ਆਪਾਂ ਪਾਠ ਕਰਾਂਗੇ, ਗੁਰੂ ਕੇ ਭੈ ਵਿੱਚ ਤੇ ਅਦਬ ਵਿੱਚ ਰਹਿ ਕੇ ਆਪਾਂ ਪਾਠ ਕਰਾਂਗੇ ਤਾਂ ਗੁਰੂ ਕੀ ਪ੍ਰਸੰਨਤਾ ਮਿਲ ਕੇ ਪਤਾ ਨਹੀਂ ਕਿੰਨੀਆਂ ਕੁ ਰਹਿਮਤਾਂ ਮਿਲ ਜਾਣ, ਕਿੰਨੀਆਂ ਕੁ ਬਖਸ਼ਿਸ਼ਾਂ ਨਾਲ ਸਤਿਗੁਰੂ ਸਾਨੂੰ ਨਿਵਾਜ ਦੇਣ, ਕਿੰਨੇ ਕੁ ਖਜ਼ਾਨੇ ਸਾਡੇ ਵਾਸਤੇ ਖੋਲ ਦੇਣ। ਸੋ ਇਸ ਵਾਸਤੇ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਮਨ ਵਿੱਚ ਸ਼ਰਧਾ ਭਾਵਨਾ ਹੋਣ ਦੀ। ਫਿਰ ਮੈਂ ਬੇਨਤੀ ਦੁਹਰਾ ਜਾਵਾਂ ਕਿ ਆਪਾਂ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਨਾਲ ਗੁਰਮੁਖੀ ਨਾਲ ਜੁੜੀਏ, ਗੁਰਮੁਖੀ ਅੱਖਰਾਂ ਦੀ ਸਿੱਖਿਆ ਪ੍ਰਾਪਤ ਕਰੀਏ, ਮੁਹਾਰਨੀ ਸਿੱਖੀਏ, ਮੁਹਾਰਨੀ ਨੂੰ ਪਕਾਈਏ ਤੇ ਫਿਰ ਆਪਾਂ ਅੰਮ੍ਰਿਤ ਰੂਪ ਗੁਰਬਾਣੀ ਦੀ ਸੰਥਿਆ ਸੁਜੋਗ ਗੁਰਮੁਖਾਂ ਪਾਸੋਂ ਲੈ ਕੇ ਬਾਣੀ ਪੜ੍ਹਨ ਦਾ ਸੁਭਾਅ ਪਾਈਏ। ਪੜ੍ਹੀਏ ਜ਼ਰੂਰ, ਪੜ੍ਹਨ ਦਾ ਸੁਭਾਅ ਪਾਈਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਵਿਚਾਰੀਏ ਤੇ ਗੁਰਬਾਣੀ ਦੇ ਉਪਦੇਸ਼ ਮੁਤਾਬਕ ਚੱਲਣ ਦਾ ਯਤਨ ਵੀ ਕਰੀਏ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਆਪ ਜੀ ਦੇ ਚਰਨਾਂ ਦਾ ਪ੍ਰੇਮ, ਆਪ ਜੀ ਕੇ ਨਾਮ ਦਾ ਪ੍ਰੇਮ, ਆਪ ਜੀ ਕੀ ਸਤ ਸੰਗਤ ਦਾ ਪ੍ਰੇਮ, ਆਪ ਜੀ ਕੀ ਪਰਮ ਪਵਿੱਤਰ ਬਾਣੀ ਦਾ, ਆਪਣੀ ਬਖਸ਼ੀ ਰਹਿਤ ਮਰਜ਼ਾਦਾ ਦਾ ਪ੍ਰੇਮ ਸਾਨੂੰ ਬਖਸ਼ਿਸ਼ ਕਰੋ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ। ਗੁਰੂ ਕੇ ਪੁਰਬ ਮਨਾਉਂਦਿਆਂ, ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਇਹ ਦਾਤ ਆਪਾਂ ਗੁਰੂ ਪਾਸੋਂ ਜ਼ਰੂਰ ਮੰਗੀਏ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਉਹ ਸਫਲਾ ਹੋ ਜਾਵੇ, ਸਾਡਾ ਸਮਾਂ ਸਫਲਾ ਹੋ ਜਾਵੇ। ਕਹਿਣ ਨੂੰ ਬਹੁਤ ਕੁਝ ਹੈ ਪਰ ਘੜੀ ਦੀਆਂ ਸੂਈਆਂ ਜਿਹੜੀਆਂ ਨੇ ਸਾਧ ਸੰਗਤ ਜੀ, ਇਹਨਾਂ ਦਾ ਵੀ ਖਿਆਲ ਰੱਖਣਾ ਹੀ ਬਣਦਾ ਹੈ, ਇਹ ਵੀ ਸਾਡਾ ਫਰਜ਼ ਬਣਦਾ ਹੈ। ਸੋ ਇਸ ਵਾਸਤੇ ਇੱਥੇ ਸੰਕੋਚਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਅਪਾਰ ਕਿਰਪਾਲਤਾ ਹੋਈ ਹੈ। ਸਾਡਾ ਸਿੱਖ ਪੰਥ ਦਾ ਨਹੀਂ ਬਲਕਿ ਸਮੁੱਚੀ ਇਨਸਾਨੀਅਤ ਦਾ ਸਾਂਝਾ ਕੇਂਦਰੀ ਅਸਥਾਨ ਸਿੱਖ ਪੰਥ ਦਾ ਤਾਂ ਹੈ ਹੀ ਹੈ। ਸਮੁੱਚੀ ਇਨਸਾਨੀਅਤ ਦਾ ਕੇਂਦਰੀ ਸਾਂਝਾ ਧਰਮ ਅਸਥਾਨ, ਰੂਹਾਨੀਅਤ ਦਾ ਅਸਥਾਨ, ਸਰਬ ਸ਼੍ਰੋਮਣੀ ਧਰਮ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ। ਉਥੋਂ ਦੀ ਸੇਵਾ ਦਾ ਸੁਭਾਗ ਬੜਿਆਂ ਵੱਡਿਆਂ ਕਰਮਾਂ ਨਾਲ ਗੁਰੂ ਕੀ ਬਹੁਤ ਮਹਾਨ ਬਖਸ਼ਿਸ਼ ਹੋਵੇ ਤਾਂ ਪ੍ਰਾਪਤ ਹੁੰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੇਵਾ ਨਿਭਾ ਰਹੇ ਸਤਿਕਾਰਯੋਗ ਗ੍ਰੰਥੀ ਸਿੰਘ ਜੀ, ਸਿੰਘ ਸਾਹਿਬ, ਗਿਆਨੀ ਮਾਨ ਸਿੰਘ ਜੀ ਗੁਰੂ ਕੀ ਹਜ਼ੂਰੀ ਵਿੱਚ, ਗੁਰੂ ਕੇ ਚਰਨਾਂ ਵਿੱਚ ਪਹੁੰਚੇ ਹੋਏ ਨੇ। ਦਾਸ ਤਿਨਾਂ ਦੀ ਪਦਵੀ ਦਾ ਸਤਿਕਾਰ ਕਰਦਿਆਂ ਹੋਇਆਂ ਤਹਿ ਦਿਲੋਂ ਤਿਨਾਂ ਨੂੰ ਜੀ ਆਇਆਂ ਵੀ ਆਖਦਾ। ਸਤਿਗੁਰੂ ਮਹਾਰਾਜ ਨੇ ਬੜੀ ਕਿਰਪਾਲਤਾ ਕੀਤੀ ਹੈ। ਸਿੰਘ ਸਾਹਿਬ ਦੀ ਰਸਨਾ ਤੋਂ ਵੀ ਸੰਗਤਾਂ ਨੇ ਬਚਨ ਸਰਵਣ ਕਰਨੇ ਨੇ। ਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਮੂਹ ਪ੍ਰਬੰਧਕ ਸਿੰਘਾਂ ਦਾ, ਸਮੁੱਚੀਆਂ ਸੰਗਤਾਂ ਦਾ, ਸਮੂਹ ਸਹਿਯੋਗੀ ਗੁਰਮੁਖਾਂ ਪਿਆਰਿਆਂ ਦਾ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।